ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 23ਵਾਂ ਚੌਥੇ ਕਾਂਡ ਦਾ ਦੂਜਾ ਭਾਗ ਬ੍ਰਾਹਮਣ ਬਨਾਮ ਮਿਥਿਹਾਸਕ ਅਵਤਾਰ ਅਤੇ ਦਸਮ ਗ੍ਰੰਥ ਸਾਹਿਬ ਵਿਚਲੇ ਅਵਤਾਰ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਥਿਤ ਅਵਤਾਰਾਂ ਕੋਲੋਂ ਵੀ ਬ੍ਰਾਹਮਣ ਨੇ ਉਵੇਂ ਹੀ ਆਪਣੇ ਕਈ ਸੁਆਰਥ ਸਿੱਧ ਕਰਵਾਏ ਹਨ, ਜਿਵੇਂ ਉਹ ਦੇਵੀ ਦੇਵਤਿਆਂ ਤੋਂ ਕਰਵਾਉਂਦਾ ਰਿਹਾ। ਅਸੀਂ ਪਿੱਛੇ ਪੜ੍ਹ ਆਏ ਹਾਂ, ਹਿੰਦੂ ਗ੍ਰੰਥਾਂ ਵਿੱਚ ਜਿੰਨੇ ਵੀ ਅਵਤਾਰ ਹਨ, ਸਾਰੇ ਦੇ ਸਾਰੇ ਬ੍ਰਾਹਮਣ ਦੀ ਵਡਿਆਈ ਵਧਾਉਂਦੇ ਅਤੇ ਬ੍ਰਾਹਮਣ ਦੇ ਹੀ ਸੋਹਲੇ ਗਾਉਂਦੇ ਨਜ਼ਰ ਆਉਂਦੇ ਹਨ। ਜਿਉਂ-ਜਿਉਂ ਪਾਠਕ ਇਸ ਲੇਖ ਨੂੰ ਪੜ੍ਹਨਗੇ, ਉਪਰੋਕਤ ਸਚਾਈ ਉਘੜ ਕੇ ਸਾਹਮਣੇ ਆਉਂਦੀ ਜਾਵੇਗੀ। ਜਿਨ੍ਹਾਂ ਅਵਤਾਰਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਧਰਤੀਆਂ ਤੋਂ ਪਾਪੀਆਂ ਦਾ ਨਾਸ਼ ਕਰਕੇ ਧਰਮ ਦੀ ਸਥਾਪਨਾ ਕਰਨ ਆਉਂਦੇ ਰਹੇ ਹਨ, ਉਹਨਾਂ ਨੂੰ ਬ੍ਰਾਹਮਣ ਨੇ ਆਪ ਹੀ ਬੇਅਸੂਲੇ, ਝੂਠੇ ਬਚਨ ਕਰਕੇ ਖਿਸਕ ਜਾਣ ਵਾਲੇ ਦੁਰਾਚਾਰੀ ਆਦਿ ਲਿਖਿਆ ਹੈ। ਅਵਤਾਰਾਂ ਦਾ ਵੇਰਵਾ। ਬ੍ਰਾਹਮਣੀ ਗ੍ਰੰਥਾਂ ਵਿੱਚ ਅਵਤਾਰਾਂ ਦੀ ਗਿਣਤੀ ਅਤੇ ਨਾਮ ਵੱਖੋ ਵੱਖਰੇ ਹਨ। ਆਮ ਕਰਕੇ 24 ਅਵਤਾਰਾਂ ਦੀ ਗਿਣਤੀ ਮਸ਼ਹੂਰ ਹੈ। ਭਾਗਵਤ ਪੁਰਾਣ ਪੰਜਾਬੀ ਅਨੁਵਾਦ ਦੇ ਸਕੰਦ ਨੰਬਰ 1 ਅਧਿਆਇ 3 ਦੇ 21ਵੇਂ ਸਫ਼ੇ ਅਤੇ ਸਕੰਦ ਨੰਬਰ 2 ਅਧਿਆਇ 7ਵਾਂ ਦੇ 70 ਸਫ਼ੇ ਤੇ ਕੁੱਲ 24 ਅਵਤਾਰਾਂ ਦਾ ਵੇਰਵਾ ਲਿਖਿਆ ਹੈ, ਜਿਨ੍ਹਾਂ ਦੇ ਨਾਮ ਅਤੇ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੈ। ਨੰਬਰ 1, ਬ੍ਰਹਮਾ ਅਵਤਾਰ। ਸੂਤ ਨਾਮੀ ਰਿਖੀ, ਜੋ ਕਥਿਤ ਤੌਰ ਤੇ ਵਿਆਸ ਰਿਖੀ ਦਾ ਚੇਲਾ ਸੀ, ਨੇ ਹੋਰ ਰਿਖੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਰਲੇ ਹੋ ਜਾਣ ਉਪਰੰਤ ਜਦੋਂ ਪ੍ਰਭੂ ਜੀ ਸੰਸਾਰ ਰਚਨਾ ਦੀ ਇੱਛਾ ਕਰਦੇ ਹਨ, ਤਾਂ ਉਹ ਪਹਿਲਾਂ ਸ਼ੇਸ਼ਨਾਗ ਦੀ ਛਾਤੀ ਤੇ ਸੌਂਦੇ ਹਨ। ਉਸ ਸਮੇਂ ਉਹਨਾਂ ਦੇ ਵੈਰਾਟ ਰੂਪ ਦੇ 1000 ਸਿਰ, 1000 ਹੀ ਨੱਕ, 1000 ਹੀ ਕੰਨ, 1000 ਬਾਹਾਂ ਅਤੇ ਹਜ਼ਾਰਾਂ ਹੀ ਚਰਨ ਹੁੰਦੇ ਹਨ। ਕੀ ਬਾਹਾਂ ਤੇ ਚਰਨ ਸਿਰਾਂ ਨਾਲੋਂ ਦੁੱਗਣੇ ਨਹੀਂ ਸੀ ਹੋਣੇ ਚਾਹੀਦੇ? ਫਿਰ ਉਸ ਵੈਰਾਟ ਰੂਪੀ ਦੀ ਨਾਭੀ ਵਿੱਚੋਂ ਕਮਲ ਦਾ ਫੁੱਲ ਨਿਕਲਦਾ ਹੈ ਅਤੇ ਉਸ ਫੁੱਲ ਵਿੱਚੋਂ 14 ਲੋਕਾਂ ਦੀ ਰਚਨਾ ਕਰਨ ਵਾਲਾ ਬ੍ਰਹਮਾ ਅਵਤਾਰ ਪੈਦਾ ਹੁੰਦਾ ਹੈ। ਨੰਬਰ 2, ਬੈਰਾਹ ਅਵਤਾਰ। ਬੈਰਾਹ ਦਾ ਅਰਥ ਸੂਰ ਹੈ। ਪ੍ਰਹਿਲਾਦ ਭਗਤ ਦਾ ਸਕਾ ਤਾਇਆ ਅਰਥਾਤ ਹਰਨਾਕਸ਼ ਦਾ ਵੱਡਾ ਭਾਈ ਹਰਨਯਕਸ਼ਿਪ ਦੈਂਤ ਬ੍ਰਹਮਾ ਨਾਲ ਨਾਰਾਜ਼ ਹੋ ਕੇ ਧਰਤੀ ਮਾਤਾ ਨੂੰ ਚੁੱਕ ਕੇ ਦੌੜ ਗਿਆ ਸੀ, ਤਾਂ ਜੋ ਬ੍ਰਹਮਾ ਜੀਵਾਂ ਆਦਿ ਦੀ ਰਚਨਾ ਨਾ ਕਰ ਸਕੇ। ਬ੍ਰਹਮਾ ਦੀ ਪੁਕਾਰ ਅਤੇ ਉਧਾਲੀ ਗਈ ਧਰਤੀ ਮਾਂ ਦੀ ਫਰਿਆਦ ਸੁਣ ਕੇ ਵੈਰਾਟ ਰੂਪ ਵਾਲੇ ਵਿਸ਼ਨੂੰ ਨੇ ਹੀ ਸੂਰ ਦਾ ਰੂਪ ਧਾਰਿਆ ਅਤੇ ਪਤਾਲ ਲੋਕ ਤੋਂ ਪ੍ਰਿਥਵੀ ਲਿਆਂਦੀ। ਬ੍ਰਾਹਮਣ ਗੁਰੂ ਕੋਲੋਂ ਇਹ ਕੌਣ ਪੁੱਛੇ ਕਿ ਜਦ ਧਰਤੀ ਨੂੰ ਤਾਂ ਦੈਂਤ ਨੇ ਸਿਰ ਤੇ ਚੁੱਕ ਲਿਆ ਸੀ, ਫਿਰ ਦੌੜਨ ਵਾਸਤੇ ਉਹ ਪੈਰ ਕਿਸ ਚੀਜ਼ ਤੇ ਰੱਖਦਾ ਸੀ? ਬ੍ਰਾਹਮਣ ਜੀ ਦਾ ਕਿਹਾ ਕੋਰਾ ਝੂਠ ਜਿਉਂ ਦਾ ਤਿਉਂ ਅੱਜ ਸਾਇੰਸ ਦੇ ਯੁੱਗ ਵਿੱਚ ਵੀ ਪੂਰਨ ਸੱਚ ਮੰਨਿਆ ਤੇ ਪੂਜਿਆ ਜਾ ਰਿਹਾ ਹੈ। ਸੁਣਿਆ ਹੈ ਕਿ ਸੀਤਾ ਜੀ ਦੇ ਉਧਾਲੇ ਜਾਣ ਦੀ ਫਿਲਮ ਵਾਂਗ ਧਰਤੀ ਮਾਤਾ ਨਾਲ ਜੋ ਭਾਣਾ ਵਰਤਿਆ, ਉਸ ਦੀ ਵੀ ਫਿਲਮ ਬਣ ਗਈ ਹੈ। ਉਹ ਭਾਣਾ ਇਹ ਵਰਤਿਆ ਕਿ ਬੈਰਾਹ ਅਵਤਾਰ ਦੀ ਬਹਾਦਰੀ ਤੇ ਪ੍ਰਿਥਵੀ ਧਰਤੀ ਮਾਤਾ ਮੋਹਿਤ ਹੋ ਗਈ ਅਤੇ ਜਿਸ ਪ੍ਰਿਥਵੀ ਦਾ ਭਾਰ ਦੂਰ ਕਰਨ ਲਈ ਅਵਤਾਰੀ ਹੋਏ ਸਨ, ਬੈਰਾਹ ਰੂਪ ਵਿਸ਼ਨੂੰ ਜੀ ਨੇ ਉਸੇ ਪ੍ਰਿਥਵੀ ਨਾਲ ਭੋਗ ਕੀਤਾ। ਮਹਾਨ ਕੋਸ਼ ਪੰਨਾ ਨੰਬਰ 926। ਪ੍ਰਿਥਵੀ ਦੇ ਪੇਟੋਂ ਇਸ ਅਦਭੁਤ ਸੂਰ ਅਵਤਾਰ ਦਾ ਪੁੱਤਰ ਭੂਮਾਸੁਰ ਹੋਇਆ। ਫਿਰ ਦੂਜੀ ਵਾਰੀ ਪ੍ਰਿਥਵੀ ਦਾ ਭਾਰ ਹਲਕਾ ਕਰਨ ਲਈ ਵਿਸ਼ਨੂੰ ਦੇ ਹੀ ਅਵਤਾਰ ਕ੍ਰਿਸ਼ਨ ਨੇ ਉਸ ਆਪਣੇ ਪੁੱਤਰ ਭੂਮਾਸੁਰ ਨੂੰ ਮਾਰਿਆ। ਵੈਰਾਹ ਰੂਪ ਵਿਸ਼ਨੂੰ ਦੇ ਬੇਟੇ ਭੂਮਾਸੁਰ ਨੇ ਆਪਣੀ ਸ਼ਾਦੀ ਵਾਸਤੇ ਜਿਹੜੀਆਂ 16100 ਸੁੰਦਰੀਆਂ ਘੇਰੀਆਂ ਹੋਈਆਂ ਸਨ, ਉਹਨਾਂ ਸੁੰਦਰੀਆਂ ਨੂੰ ਕ੍ਰਿਸ਼ਨ ਰੂਪ ਵਿਸ਼ਨੂੰ ਜੀ ਨੇ ਆਪਣੇ ਘਰ ਪਾ ਲਿਆ। ਭਾਵ ਆਪਣੀ ਹੋਣ ਵਾਲੀਆਂ ਨੂੰਹਾਂ ਨੂੰ ਧੀਆਂ ਸਮਝ ਕੇ ਘਰੋਂ ਘਰੀ ਭੇਜਣ ਦੀ ਥਾਂ ਜਾਂ ਹਰੇਕ ਲਈ ਕੋਈ ਚੰਗਾ ਵਰ ਲੱਭ ਕੇ ਸ਼ਾਦੀ ਕਰ ਦੇਣ ਦੀ ਥਾਂ ਸਾਰੀਆਂ ਨੂੰ ਆਪ ਹੀ ਵਰ ਲਿਆ ਅਤੇ ਇਸਤਰੀ ਜਾਤੀ ਨੂੰ ਭੇਡਾਂ ਦੇ ਇੱਜੜ ਅਤੇ ਸਿਰਫ ਕਾਮ ਵਾਸ਼ਨਾ ਦਾ ਖਿਡੌਣਾ ਬਣਾ ਕੇ ਰੱਖਣ ਦਾ ਲੋਕਾਂ ਨੂੰ ਉਤਸ਼ਾਹ ਦਿੱਤਾ। ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ
ਫਿਰ ਰਾਜਿਆਂ ਦੇ ਮਹਿਲਾਂ ਵਿੱਚ ਅਥਵਾ ਹੋਰ ਸਰਦੇ ਪੁੱਜਦੇ ਅਮੀਰਾਂ ਦੇ ਘਰਾਂ ਵਿੱਚ ਇਸਤਰੀਆਂ ਪਸ਼ੂਆਂ ਦੀ ਪੱਧਰ ਤੋਂ ਹੇਠਾਂ ਜੂਏ ਵਿੱਚ ਹਾਰੀ ਜਾਣ ਵਾਲੀ ਵਸਤੂ ਬਣ ਗਈ। ਬ੍ਰਾਹਮਣ ਦੇ ਭਗਵਾਨ ਜੀ ਨੇ ਧਰਤੀ ਦਾ ਭਾਰ ਹੌਲਾ ਕਰਨ ਲਈ ਸੋਹਣਾ ਢੰਗ ਵਰਤਿਆ ਅਤੇ ਫਿਰ ਕ੍ਰਿਸ਼ਨ ਰੂਪ ਵਿਸ਼ਨੂੰ ਜੀ ਨੇ ਉਹਨਾਂ ਸਾਰੀਆਂ 16,100 ਸੁੰਦਰੀਆਂ ਨਾਲ ਇੱਕੋ ਜਿਹਾ ਸਲੂਕ ਕਰਨ ਦੀ ਮਿਸਾਲ ਸਥਾਪਿਤ ਕਰਨ ਲਈ ਹਰੇਕ ਦੇ ਪੇਟੋਂ 10-10 ਮੁੰਡੇ ਤੇ ਇੱਕ ਕੰਨਿਆ ਪੈਦਾ ਕੀਤੀ। ਹਵਾਲਾ ਭਾਗਵਤ ਪੁਰਾਣ ਸਕੰਦ ਨੰਬਰ 10। ਗੰਭੀਰ ਸ਼ੰਕੇ। ਇਸ ਮਿਥਿਹਾਸਕ ਗਾਥਾ ਨੂੰ ਸੱਚ ਮੰਨ ਕੇ ਬਹਿਰਾ ਅਵਤਾਰ ਦੀ ਪੂਜਾ ਕਰਨ ਵਾਲੇ ਲੋਕ ਇਸ ਸ਼ੰਕੇ ਨੂੰ ਦੂਰ ਨਹੀਂ ਕਰਦੇ ਕਿ ਨੰਬਰ 1 ਧਰਤੀ ਨੂੰ ਚੁੱਕ ਕੇ ਲੈ ਭੱਜਣ ਵਾਲਾ ਦੈਂਤ ਅਤੇ ਫਿਰ ਆਪਣੇ ਮੂੰਹ ਵਿੱਚ ਫੜ ਕੇ ਧਰਤੀ ਨੂੰ ਮੋੜ ਲਿਆਉਣ ਵਾਲੇ ਬਹਿਰਾ ਅਵਤਾਰ ਨੇ ਆਪਣੇ ਪੈਰ ਕਿਹੜੀ ਧਰਤੀ ਤੇ ਟਿਕਾਏ ਸਨ। ਨੰਬਰ 2 ਪਹਿਲਾਂ ਚੋਰ ਦੈਂਤ ਅਤੇ ਫਿਰ ਉਸ ਨੂੰ ਮਾਰ ਮਕਾਉਣ ਵਾਲੇ ਬਹਿਰਾ ਅਵਤਾਰ ਜੀ ਜਿਸ ਸਮੁੰਦਰ ਵਿੱਚ ਵੜੇ ਹੋਏ ਯੁੱਧ ਕਰ ਰਹੇ ਸਨ ਜਾਂ ਜਿਸ ਸਮੁੰਦਰ ਤੇ ਉਹਨਾਂ ਧਰਤੀ ਟਿਕਾਈ ਸੀ, ਉਹ ਸਮੁੰਦਰ ਕਿਹੜੀ ਧਰਤੀ ਤੇ ਸੀ? ਕੀ ਸਮੁੰਦਰ ਵੀ ਧਰਤੀ ਦੇ ਨਾਲ ਹੀ ਚੋਰੀ ਹੋ ਗਿਆ ਸੀ? ਨੰਬਰ 3 ਉਚੇਚੇ ਪੁੱਤਰ ਭੂਮਾਸੁਰ ਨੂੰ ਜਨਮ ਦੇਣ ਵਾਲੀ ਧਰਤੀ ਬਾਰੇ ਕੀ ਇਹ ਸਮਝਿਆ ਜਾਵੇ ਕਿ ਇਹ ਦੂਜੇ ਜੀਵਾਂ ਨੂੰ ਆਪਣੀ ਔਲਾਦ ਨਹੀਂ ਸੀ ਮੰਨਦੀ? ਨੰਬਰ 4 ਕਿ ਭੂਮਾਸੁਰ ਵਾਲਾ ਭਾਣਾ ਯੂਪੀ ਵਿੱਚ ਵਰਤਿਆ ਸੀ ਜੋ ਧਰਤੀ ਮਾਤਾ ਨੇ ਸਵਾਏ ਯੂਪੀ ਦੇ ਵਸਨੀਕਾਂ ਦੇ ਕਿਸੇ ਹੋਰ ਥਾਂ ਦੇ ਵਾਸੀਆਂ ਤੇ ਹੋਏ ਜ਼ੁਲਮਾਂ ਬਾਰੇ ਵਿਸ਼ਨੂੰ ਜੀ ਕੋਲ ਕਦੇ ਕੋਈ ਫਰਿਆਦ ਨਹੀਂ ਕੀਤੀ? ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਜਦ ਧਰਤੀ ਦੇ ਪੁੱਤਰ ਭੂਮਾਸੁਰ ਨੂੰ ਮਾਰਿਆ ਗਿਆ ਤਾਂ ਉਸ ਦੀ ਮਾਤਾ ਧਰਤੀ ਨੇ ਕੋਈ ਹਾਲ ਦੁਹਾਈ ਨਹੀਂ ਪਾਈ? ਫਿਰ ਇਹ ਵੀ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸ਼ਾਦੀ ਕਰਨ ਲਈ ਲਿਆਂਦੀਆਂ ਰਾਜਕੁਮਾਰੀਆਂ ਖੋਹ ਲੈਣ ਤੇ ਵੀ ਧਰਤੀ ਨੇ ਵਿਸ਼ਨੂੰ ਜੀ ਨੂੰ ਸਮਝਾਇਆ ਕਿ ਜਿਨ੍ਹਾਂ ਨੇ ਨੂੰਹਾਂ ਬਣਨਾ ਸੀ ਉਹਨਾਂ ਬੱਚੀਆਂ ਨਾਲ ਆਪ ਹੀ ਸ਼ਾਦੀ ਨਾ ਕਰੇ। ਪਰ ਅੱਜ ਝੂਠ ਇੰਨਾ ਪੱਕਾ ਸੱਚ ਬਣ ਚੁੱਕਾ ਹੈ ਕਿ ਸੱਚ ਦੀ ਪਛਾਣ ਕਰਨ ਦੀ ਨਾ ਲੋੜ ਰਹੀ ਹੈ ਅਤੇ ਨਾ ਝੂਠ ਨੂੰ ਝੂਠ ਕਹਿਣ ਦੀ ਦਲੇਰੀ ਹੀ ਰਹੀ ਹੈ। ਨੰਬਰ 3 ਚਤੁਰਭੁਜੀ ਅਵਤਾਰ ਧਾਰਨ ਕਰਕੇ ਰਾਜਿਆਂ ਨੂੰ ਜੱਗ ਕਰਨ ਦਾ ਰਾਹ ਦੱਸ ਕੇ ਕਿਰਥਾਰਥ ਕੀਤਾ। ਨੰਬਰ 4 ਹੈਗਰੀਵ ਅਵਤਾਰ ਸਰੀਰ ਮਨੁੱਖ ਦਾ ਅਤੇ ਸਿਰ ਘੋੜੇ ਦਾ ਧਾਰਨ ਕਰਕੇ ਬ੍ਰਹਮਾ ਨੂੰ ਵੇਦ ਪੜ੍ਹਾਏ। ਪਰ ਸ਼ਿਵ ਪੁਰਾਣ ਸਕੰਦ ਨੰਬਰ 2 ਦੇ ਅਧਿਆਇ 7 ਸਫਾ 70 ਤੇ ਬ੍ਰਹਮਾ ਦੀ ਆਪਣੀ ਜ਼ਬਾਨੀ ਲਿਖਿਆ ਹੈ ਕਿ ਇਸ ਹੈਗਰੀਵ ਨੇ ਪਤਾਲ ਵਿੱਚ ਜਾ ਕੇ ਮੱਧ ਤੇ ਕੈਟਪ ਦੈਂਤਾਂ ਨੂੰ ਮਾਰ ਕੇ ਉਹਨਾਂ ਕੋਲੋਂ ਵੇਦ ਛੁਡਾ ਕੇ ਲਿਆਂਦੇ ਸਨ। ਨੰਬਰ 5 ਨਰ ਨਾਰਾਇਣ ਅਵਤਾਰ ਬਦਰੀ ਕੇਦਾਰ ਵਿੱਚ ਸੰਸਾਰੀ ਜੀਵਾਂ ਨੂੰ ਤਪੱਸਿਆ ਦਾ ਰਾਹ ਦੱਸਣ ਲਈ ਆਪ ਨੇ ਘੋਰ ਤਪੱਸਿਆ ਕੀਤੀ ਅਤੇ ਅੱਜ ਵੀ ਮੂਰਤੀ ਦੀ ਸ਼ਕਲ ਵਿੱਚ ਬੈਠੇ ਤਪ ਕਰੀ ਜਾ ਰਹੇ ਹਨ ਅਤੇ ਉਰਵਸ਼ੀ ਪਰੀ ਪੈਦਾ ਕੀਤੀ। ਮਹਾਨ ਕੋਸ਼ ਦੇ 684 ਸਫ਼ੇ ਤੇ ਵਾਮਨ ਪੁਰਾਣ ਦੇ ਹਵਾਲੇ ਨਾਲ ਲਿਖਿਆ ਹੈ ਕਿ ਨਰ ਨਾਰਾਇਣ ਦੀ ਤਪੱਸਿਆ ਵੇਖ ਕੇ ਦੇਵਤੇ ਵੀ ਹੈਰਾਨ ਹੋ ਗਏ। ਇਸ ਲਈ ਇੰਦਰ ਨੇ ਅਪਸਰਾਂ ਭੇਜੀਆਂ ਕਿ ਜਾ ਕੇ ਉਹਨਾਂ ਦਾ ਤਪ ਭੰਗ ਕਰਨ। ਈਰਖਾਵਸ ਹੋਏ ਦੇਵਰਾਜ ਇੰਦਰ ਦੇ ਹਿਰਦੇ ਵਿੱਚ ਸਾੜੇ ਅਤੇ ਮਾਨਸਿਕ ਗਿਰਾਵਟ ਦੀ ਹੱਦ ਤੇ ਅੱਗੋਂ ਨਾਰਾਇਣ ਕਿਹੜਾ ਏਡਾ ਅਵੇਸਲਾ ਸੀ। ਉਸ ਨੇ ਇੱਕ ਫੁੱਲ ਲੈ ਕੇ ਆਪਣੇ ਔਰ ਭਾਵ ਪੱਟ ਤੇ ਰੱਖਿਆ ਤਾਂ ਵਿੱਚੋਂ ਅਜਿਹੀ ਸੁੰਦਰ ਅਪਸਰਾ ਨਿਕਲੀ ਜੋ ਸੁਰਗ ਤੋਂ ਆਈਆਂ ਸਾਰੀਆਂ ਅਪਸਰਾਂ ਨਾਲੋਂ ਵਧੇਰੇ ਸੁੰਦਰ ਸੀ ਅਤੇ ਉਰ ਵਿੱਚੋਂ ਨਿਕਲਣ ਕਰਕੇ ਉਸ ਦਾ ਨਾਮ ਉਰਵਸ਼ੀ ਹੋਇਆ। ਉਸ ਨੂੰ ਵੇਖ ਕੇ ਇੰਦਰ ਲੋਕ ਤੋਂ ਆਈਆਂ ਸਾਰੀਆਂ ਅਪਸਰਾਂ ਸ਼ਰਮਿੰਦੀਆਂ ਹੋ ਕੇ ਮੁੜ ਦੇਵ ਲੋਕ ਨੂੰ ਚਲੀਆਂ ਗਈਆਂ। ਨਾਰਾਇਣ ਨੇ ਉਰਵਸ਼ੀ ਨੂੰ ਵੀ ਉਹਨਾਂ ਦੇ ਨਾਲ ਹੀ ਸਵਰਗ ਨੂੰ ਭੇਜ ਦਿੱਤਾ। ਨਾਰਾਇਣ ਦਾ ਪਿਛੋਕੜ ਦੱਸਣ ਲਈ ਅੱਗੇ ਕਾਲਕ ਪੁਰਾਣ ਦੇ ਹਵਾਲੇ ਨਾਲ ਲਿਖਿਆ ਹੈ ਕਿ ਮਹਾਦੇਵ ਸ਼ਿਵ ਨੇ ਸ਼ਰਬ ਜੀਵ ਦਾ ਰੂਪ ਧਾਰ ਕੇ ਨਰ ਸਿੰਘ ਅਵਤਾਰ ਦੇ 2 ਟੁਕੜੇ ਕਰ ਦਿੱਤੇ ਸਨ। ਨਰ ਹਿੱਸੇ ਦਾ ਨਰ ਰਿਖੀ ਅਤੇ ਸ਼ੇਰ ਵਾਲੇ ਭਾਗ ਦਾ ਨਾਰਾਇਣ ਰਿਖੀ ਬਣ ਗਿਆ। ਇਹ ਦੋਵੇਂ ਹੀ ਵਿਸ਼ਨੂੰ ਦੇ ਅੰਸ਼ਾ ਅਵਤਾਰ ਮੰਨੇ ਜਾਂਦੇ ਹਨ। ਸ਼ਰਬ ਜੀਵ ਸੰਸਕ੍ਰਿਤ ਕਵੀਆਂ ਦੇ ਲੇਖ ਅਨੁਸਾਰ ਬਰਫਾਨੀ ਪਹਾੜਾਂ ਵਿੱਚ ਰਹਿਣ ਵਾਲਾ 8 ਟੰਗੀਆ ਇੱਕ ਮਹਾਬਲੀ ਜੀਵ ਜੋ ਸ਼ੇਰ ਦਾ ਸ਼ਿਕਾਰ ਕਰਦਾ ਹੈ
ਬ੍ਰਾਹਮਣੀ ਕਲਪਨਾ ਦੀ ਉਪਜ ਕਾਮਧੇਨ ਅਥਵਾ ਨੰਦਨੀ ਗਊ ਵਾਂਗ ਹੀ ਇਸ ਨੂੰ ਕਿਸੇ ਮਨੁੱਖ ਨੇ ਅੱਜ ਤਾਈਂ ਨਹੀਂ ਵੇਖਿਆ, ਪਰ ਹਿੰਦੂ ਧਰਮ ਗ੍ਰੰਥਾਂ ਵਿੱਚ ਲਿਖਿਆ ਹੋਣ ਕਰਕੇ ਇਸ ਨੂੰ ਮੰਨਦੇ ਅਤੇ ਪੂਜਦੇ ਹਨ। ਨੰਬਰ 6 ਕਪਲਦੇਵ ਮੁਨੀ ਅਵਤਾਰ। ਧਾਰ ਕੇ ਆਪਣੀ ਮਾਤਾ ਦੇਵਹੂਤੀ ਨੂੰ ਸਾਂਖ ਯੋਗ ਮਤ ਦਾ ਉਪਦੇਸ਼ ਦਿੱਤਾ। ਨੰਬਰ 7 ਦੱਤਾਤਰੇय ਜੀ ਅਵਤਾਰ, ਜੋ ਅਤਰ ਮੁਨੀ ਤੋਂ ਹੋਇਆ ਸੀ, ਜਿਸ ਨੇ ਰਾਜਾ ਅਕਲਰ ਅਤੇ ਪ੍ਰਹਿਲਾਦ ਭਗਤ ਨੂੰ ਵੇਦਾਂਤ ਪੜ੍ਹਾਇਆ ਸੀ। ਪ੍ਰਹਿਲਾਦ ਵੀ ਇਹਨਾਂ ਬ੍ਰਾਹਮਣੀ ਗ੍ਰੰਥਾਂ ਦੀ ਹੀ ਉਪਜ ਹੈ। ਨੰਬਰ 8 ਰਿਖਵਦੇਵ ਅਵਤਾਰ। ਇਸ ਵਾਰੀ ਵਿਸ਼ਨੂੰ ਜੀ ਦੇ ਇਹ ਅਵਤਾਰ ਇੰਦਰ ਦੀ ਕੰਨਿਆ ਚਿੱਤਰ ਦੇਵੀ ਦੇ ਪੇਟੋਂ ਪੈਦਾ ਹੋਏ ਸਨ ਅਤੇ ਜੜ ਚਰਚਾ ਦਿਖਲਾਇਆ। ਉਹਨਾਂ ਦੇ ਬੇਟੇ ਜੋਨ ਦੇਵ ਨੇ ਜੈਨ ਧਰਮ ਅਤੇ ਸਰੇਵੜਿਆਂ ਦਾ ਧਰਮ ਸੰਸਾਰ ਵਿੱਚ ਫੈਲਾਇਆ। ਨੰਬਰ 9 ਰਾਜਾ ਪਿਰਥੂ ਅਵਤਾਰ। ਬੈਰਾਹ ਅਵਤਾਰ ਸਮੇਂ ਤਾਂ ਧਰਤੀ ਨੂੰ ਗਰਭਵਤੀ ਕੀਤਾ ਸੀ, ਹੁਣ ਇਸ ਅਵਤਾਰ ਨੇ ਗਊ ਰੂਪੀ ਪ੍ਰਿਥਵੀ ਨੂੰ ਚੋਇਆ ਅਤੇ ਉਸ ਦੇ ਅੰਦਰ ਖਪੇ ਹੋਏ ਅੰਨ ਆਦਿ ਪਦਾਰਥ ਅਤੇ ਦੁੱਧ ਦੇ ਸਮਾਨ ਸਭ ਔਖਦੀਆਂ ਬਾਹਰ ਕੱਢੀਆਂ ਅਤੇ ਖਿਲਰੇ ਹੋਏ ਪਹਾੜਾਂ ਨੂੰ ਚੁੱਕ ਕੇ ਉੱਤਰਾਖੰਡ ਵਿੱਚ ਰੱਖਿਆ ਅਤੇ ਥਾਂ ਖਾਲੀ ਕਰਕੇ ਪਿੰਡ ਵਸਾਏ। ਇਹ ਬ੍ਰਾਹਮਣੀ ਦਲੀਲ ਬਾਰੇ ਪਾਠਕ ਆਪ ਹੀ ਅੰਦਾਜ਼ਾ ਲਾ ਲਵੇ ਕਿ ਇਹ ਕਿੰਨੀ ਕੁ ਸੱਚੀ ਹੋ ਸਕਦੀ ਹੈ। ਨੰਬਰ 10 ਮਛ ਅਵਤਾਰ। 7 ਬਰਤ ਨੂੰ 7 ਰਿਖੀਆਂ ਸਮੇਤ ਬੇੜੀ ਵਿੱਚ ਬਿਠਾ ਕੇ ਗਿਆਨ ਦਾ ਉਪਦੇਸ਼ ਦਿੱਤਾ ਅਤੇ ਆਪਣੀ ਮਾਇਆ ਦਾ ਕੌਤਕ ਦਿਖਲਾਇਆ। ਮਹਾਨ ਕੋਸ਼ ਅਨੁਸਾਰ ਸੰਖਾਸਰ ਨਾਮੀ ਦੈਂਤ ਇੱਕ ਸੰਖ ਵਿੱਚੋਂ ਪੈਦਾ ਹੋਇਆ ਅਤੇ ਜੰਮਦਾ ਹੀ ਬ੍ਰਹਮਾ ਜੀ ਦੇ 4 ਵੇਦ ਚੁਰਾ ਕੇ ਸਮੁੰਦਰ ਵਿੱਚ ਜਾ ਵੜਿਆ। ਬ੍ਰਹਮਾ ਦੀ ਫਰਿਆਦ ਤੇ ਵਿਸ਼ਨੂੰ ਜੀ ਮਛ ਬਣ ਕੇ ਸਮੁੰਦਰ ਵਿੱਚ ਜਾ ਵੜੇ ਅਤੇ ਬੜਾ ਲੰਮਾ ਅਤੇ ਭਿਆਨਕ ਯੁੱਧ ਕਰਕੇ ਉਸ ਦੈਂਤ ਨੂੰ ਮਾਰ ਕੇ ਵੇਦ ਲਿਆ ਕੇ ਬ੍ਰਹਮਾ ਜੀ ਨੂੰ ਦਿੱਤੇ। ਪਰ ਇਹ ਗੱਲ ਦੇਵੀ ਭਾਗਵਤ ਵਿੱਚ ਇਸ ਪ੍ਰਕਾਰ ਲਿਖੀ ਹੈ, ਪ੍ਰਲੈ ਵੇਲੇ ਜਦ ਸਾਰੇ ਜੀਵ ਪਾਣੀ ਵਿੱਚ ਡੁੱਬ ਗਏ ਤਾਂ ਵਿਹਲੇ ਹੋ ਚੁੱਕੇ ਸੁੱਤੇ ਵਿਧਾਤਾ ਜੀ ਦੇ ਮੂੰਹ ਵਿੱਚੋਂ 4 ਵੇਦਾਂ ਦੀ ਉਤਪਤੀ ਹੋਈ। ਉਸ ਵੇਲੇ ਹੈਗਰੀਵ ਨੇ ਵੇਦ ਚੁਰਾ ਲਏ। ਵਿਸ਼ਨੂੰ ਜੀ ਨੇ ਮਛ ਦਾ ਰੂਪ ਬਣ ਕੇ ਉਸ ਤੋਂ ਵੇਦ ਵਾਪਸ ਲਏ। ਮਛ ਅਵਤਾਰ ਦਾ ਹੇਠਲਾ ਹਿੱਸਾ ਮੱਛੀ ਦਾ ਸੀ ਤੇ ਉੱਪਰਲਾ ਹਿੱਸਾ ਮਨੁੱਖ ਦਾ ਵਰਗਾ ਸੀ ਅਤੇ ਲਿਖਿਆ ਹੈ ਕਿ ਧਰਤੀ ਤੋਂ ਭਾਰ ਹਲਕਾ ਕਰਨ ਵਾਲਾ ਇਹ ਅਨੋਖਾ ਉਪਕਾਰ ਵੀ ਵਿਸ਼ਨੂੰ ਜੀ ਨੇ ਸਤਯੁਗ ਵਿੱਚ ਕੀਤਾ ਸੀ। ਵੇਦਾਂ ਦੀ ਚੋਰੀ ਕਰਨ ਵਾਲੇ ਇਸ ਹੈਗਰੀਵ ਨੂੰ ਦੇਵੀ ਭਾਗਵਤ ਵਿੱਚ ਵਿਸ਼ਨੂੰ ਦਾ ਹੀ ਅਵਤਾਰ ਲਿਖਿਆ ਹੈ ਅਤੇ ਉਸ ਦੀ ਜਨਮ ਕਥਾ ਇਸ ਪ੍ਰਕਾਰ ਲਿਖੀ ਹੈ। ਇੱਕ ਵਾਰ ਵਿਸ਼ਨੂੰ ਜੀ ਦਾ ਆਪਣੀ ਹੀ ਕਮਾਨ ਦੇ ਚਿੱਲੇ ਨਾਲ ਗਲ ਵੱਢਿਆ ਗਿਆ। ਦੇਵੀ ਦੇ ਆਖਣ ਤੇ ਦੇਵਤਿਆਂ ਨੇ ਘੋੜੇ ਦਾ ਸਿਰ ਵਿਸ਼ਨੂੰ ਦੇ ਧੜ ਤੇ ਜੋੜ ਦਿੱਤਾ, ਜਿਸ ਤੋਂ ਹੈਗਰੀਵ ਅਵਤਾਰ ਹੋਇਆ ਅਤੇ ਲਿਖਿਆ ਹੈ ਕਿ ਵਿਸ਼ਨੂੰ ਦੇ ਇਸ ਹੈਗਰੀਵ ਅਵਤਾਰ ਨੇ ਮਦ ਅਤੇ ਕੈਟਭ ਦੈਂਤਾਂ ਨੂੰ ਮਾਰ ਕੇ ਵੇਦਾਂ ਦਾ ਉਧਾਰ ਕੀਤਾ। 262 ਮਹਾਨ ਕੋ ਸਫਾ। ਇਹਨਾਂ ਵੇਦਾਂ ਦੇ ਉਧਾਰ ਕਰਨ ਵਾਲੀ ਇੱਕ ਹੋਰ ਕਥਾ ਵੀ ਹੈ, ਜੋ ਇਸ ਪੁਸਤਕ ਦੇ ਅੰਮ੍ਰਿਤ ਮੰਥਨ ਲੇਖ ਵਿੱਚ ਹੋਰ ਵੀ ਖੋਲ੍ਹ ਕੇ ਲਿਖੀ ਹੈ। ਇਸ ਮਛ ਅਵਤਾਰ ਨਾਲ ਗੁਰੂ ਨਾਨਕ ਦੇਵ ਜੀ ਨੂੰ ਜੋੜਿਆ ਹੈ, ਜਿਸ ਦਾ ਮੌਜੂ ਬ੍ਰਾਹਮਣਾਂ ਨੇ ਆਪ ਹੀ ਉਡਾਇਆ ਹੈ। ਨੰਬਰ 11 ਕੱਛ ਅਵਤਾਰ। ਦੇਵਤਿਆਂ ਅਤੇ ਦੈਂਤਾਂ ਦੇ ਸਮੁੰਦਰ ਰਿੜਕਣ ਵੇਲੇ ਮੰਦਰਾਚਲ ਪਹਾੜ ਮਧਾਣੀ ਬਣਿਆ ਸੀ। ਰਿੜਕਣ ਸਮੇਂ ਪਹਾੜ ਦੀ ਬਣੀ ਇਹ ਮਧਾਣੀ ਹੇਠਾਂ ਧੱਸਦੀ ਜਾਂਦੀ ਸੀ। ਭਗਵਾਨ ਵਿਸ਼ਨੂੰ ਜੀ ਨੇ ਕੱਛੂ ਬਣ ਕੇ ਆਪਣੀ ਪਿੱਠ ਹੇਠਾਂ ਦੇ ਦਿੱਤੀ ਅਤੇ ਮਧਾਣੀ ਹੇਠਾਂ ਧੱਸਣੋਂ ਖਲੋ ਗਏ। ਇਸ ਤਰ੍ਹਾਂ ਕੱਛ ਅਵਤਾਰ ਜੀ ਨੇ ਸਮੁੰਦਰ ਵਿੱਚੋਂ 14 ਰਤਨ ਕਢਵਾ ਕੇ ਪ੍ਰਿਥਵੀ ਦਾ ਭਾਰ ਹਲਕਾ ਕੀਤਾ। ਨੰਬਰ 12 ਧਨੰਤਰ ਅਵਤਾਰ। ਸਮੁੰਦਰ ਨੂੰ ਰਿੜਕਣ ਨਾਲ ਇਹ ਕਥਿਤ ਵੈਦ ਜਦ ਪਾਣੀ ਵਿੱਚੋਂ ਬਾਹਰ ਆਇਆ ਤਾਂ ਇਸ ਦੇ ਹੱਥ ਵਿੱਚ ਅੰਮ੍ਰਿਤ ਦਾ ਕਲਸ਼ ਸੀ ਅਤੇ ਰੋਗੀਆਂ ਵਾਸਤੇ ਸਮੁੰਦਰ ਵਿੱਚੋਂ ਜੜੀਆਂ ਬੂਟੀਆਂ ਲਿਆਇਆ ਸੀ। ਨੰਬਰ 13 ਮੋਹਣੀ ਅਵਤਾਰ। ਦੈਂਤਾਂ ਨੂੰ ਆਪਣੀ ਮੋਹਣੀ ਸ਼ਕਲ ਤੇ ਮੋਹਿਤ ਕਰਕੇ ਉਹਨਾਂ ਕੋਲੋਂ ਅੰਮ੍ਰਿਤ ਦਾ ਕਲਸ਼ ਠੱਗ ਲਿਆ ਅਤੇ ਅੰਮ੍ਰਿਤ ਦੇਵਤਿਆਂ ਨੂੰ ਪਿਲਾ ਦਿੱਤਾ। ਕਿ ਇਹ ਕੁਝ ਕਰਕੇ ਭਗਵਾਨ ਨੇ
ਠੱਗੀਆਂ ਮਾਰਨ ਦਾ ਉਪਦੇਸ਼ ਦਿੱਤਾ। ਨੰਬਰ 14 ਨਰ ਸਿੰਘ ਅਵਤਾਰ। ਹਰਨਾਕਸ਼ ਦੈਂਤ ਨੂੰ ਮਾਰ ਕੇ ਪ੍ਰਹਿਲਾਦ ਭਗਤ ਦੀ ਰੱਖਿਆ ਕੀਤੀ। ਸ਼ਿਵ ਪੁਰਾਣ ਦੇ ਉੱਤਰਾਧਰ 7ਵੇਂ ਖੰਡ ਦੇ 21-22ਵੇਂ ਅਧਿਆਏ ਵਿੱਚ ਪ੍ਰਹਿਲਾਦ ਦੇ ਪਿਤਾ ਦਾ ਨਾਮ ਕਨਕ ਕਸ਼ੇਪ ਲਿਖਿਆ ਹੈ। ਇੱਥੇ ਇਹ ਗਾਥਾ ਬ੍ਰਹਮਾ ਦੇ ਮੂੰਹੋਂ ਅਖਵਾ ਕੇ ਹੋਰ ਵਿਸਤਾਰ ਨਾਲ ਇਉਂ ਲਿਖੀ ਹੈ। ਹਰਨਾਕਸ਼ ਨੂੰ ਮਾਰ ਕੇ ਫਿਰ ਨਰ ਸਿੰਘ ਨੂੰ ਬੜਾ ਕ੍ਰੋਧ ਚੜਿਆ ਅਤੇ ਹੋਰ ਵੀ ਭਿਆਨਕ ਰੂਪ ਬਣਾ ਕੇ ਅਜਿਹੀ ਗਰਜਨਾ ਕੀਤੀ ਕਿ ਪ੍ਰਿਥਵੀ ਕੰਬ ਉੱਠੀ, ਪਰਬਤ ਸੜਨ ਲੱਗੇ। ਬ੍ਰਹਮਾ ਕਹਿੰਦਾ ਹੈ ਕਿ ਅਸੀਂ ਸਮੇਤ ਸ਼ਿਵ ਜੀ ਦੇ ਡਰ ਕੇ ਦੂਰ ਚਲੇ ਗਏ ਅਤੇ ਪ੍ਰਹਿਲਾਦ ਨੂੰ ਕਿਹਾ ਕਿ ਉਹ ਜਾ ਕੇ ਨਰ ਸਿੰਘ ਦੀ ਕ੍ਰੋਧ ਅਗਨੀ ਨੂੰ ਸ਼ਾਂਤ ਕਰੇ। ਪ੍ਰਹਿਲਾਦ ਦੇ ਬੇਨਤੀ ਕਰਨ ਤੇ ਨਰ ਸਿੰਘ ਨੇ ਸਗੋਂ ਹੋਰ ਵੀ ਬਹੁਤ ਭਿਆਨਕ ਰੂਪ ਬਣਾ ਲਿਆ। ਇੰਦਰ ਆਦਿ ਸਾਰਿਆਂ ਨੇ ਸ਼ਿਵ ਦੀ ਸ਼ਰਨ ਵਿੱਚ ਆ ਕੇ ਉਸ ਦੀ ਉਸਤਤ ਕਰਕੇ ਸਹਾਇਤਾ ਲਈ ਕਿਹਾ। ਸ਼ਿਵ ਜੀ ਨੇ ਆਪਣੇ ਗਣ ਵੀਰਭਦਰ ਨੂੰ ਬੁਲਾਇਆ ਅਤੇ ਨਰ ਸਿੰਘ ਦਾ ਕ੍ਰੋਧ ਸ਼ਾਂਤ ਕਰਨ ਲਈ ਭੇਜਿਆ। ਵੀਰਭਦਰ ਨੇ ਨਰ ਸਿੰਘ ਰੂਪ ਵਿਸ਼ਨੂੰ ਨੂੰ ਸਮਝਾਇਆ ਕਿ ਤੁਸੀਂ ਜਗਤ ਦੇ ਪਾਲਣਹਾਰ ਹੋ, ਇਹ ਪਰਲੇ ਵਾਲਾ ਰੂਪ ਛੱਡੋ, ਅਹੰਕਾਰ ਤਿਆਗੋ ਅਤੇ ਅੰਤਰ ਧਿਆਨ ਹੋ ਜਾਓ। ਪਰ ਨਰ ਸਿੰਘ ਦੀ ਕ੍ਰੋਧ ਅਗਨੀ ਹੋਰ ਭੜਕ ਪਈ ਅਤੇ ਉਸ ਨੇ ਵੀਰਭਦਰ ਨੂੰ ਫੜਨਾ ਚਾਹਿਆ। ਫਿਰ ਸ਼ਿਵ ਜੀ ਨੇ ਨਰ ਸਿੰਘ ਨਾਲੋਂ ਵੀ ਭਿਆਨਕ ਰੂਪ ਬਣਾ ਲਿਆ। ਉਹਨਾਂ ਦਾ ਅੱਧਾ ਸਰੀਰ ਸ਼ੇਰ ਦਾ, 2 ਖੰਭ ਤੇ ਚੁੰਝ, 1000 ਬਾਹਾਂ, ਸੀਸ ਤੇ ਜਟਾਂ, ਮਸਤਕ ਤੇ ਚੰਦਰਮਾ, ਮਹਾ ਭਿਅੰਕਰ ਦੰਦ ਤੇ 9 ਵਜਰ ਸਮਾਨ ਸਨ। ਉਹਨਾਂ ਨੇ ਨਰ ਸਿੰਘ ਨੂੰ ਆਪਣੀਆਂ ਬਾਹਾਂ ਵਿੱਚ ਜਕੜ ਲਿਆ ਅਤੇ ਆਕਾਸ਼ ਵੱਲ ਉੱਡ ਗਏ। ਆਕਾਸ਼ ਤੋਂ ਨਰ ਸਿੰਘ ਨੂੰ ਧਰਤੀ ਤੇ ਪਟਕਾ ਮਾਰਿਆ ਅਤੇ ਫਿਰ ਧਰਤੀ ਤੇ ਆ ਦਬਾਇਆ। ਨਰ ਸਿੰਘ ਦਾ ਅਹੰਕਾਰ ਦੂਰ ਹੋ ਗਿਆ ਅਤੇ ਗੁੱਸਾ ਵੀ ਸ਼ਾਂਤ ਹੋ ਗਿਆ। ਨੰਬਰ 15 52 ਅਵਤਾਰ। ਰਾਜਾ ਬਲ ਕੋਲੋਂ 2.5 ਕਦਮ ਪ੍ਰਿਥਵੀ ਦਾਨ ਵਿੱਚ ਮੰਗੀ। ਮੰਗਣ ਵਾਲਾ ਸਦਾ ਹੀ ਛੋਟਾ ਹੋ ਜਾਂਦਾ ਹੈ, ਇਸ ਲਈ ਮੰਗਣੇ ਸਮੇਂ ਪਰਮੇਸ਼ਰ ਨੇ ਵੀ ਆਪਣਾ ਛੋਟਾ ਰੂਪ ਬਣਾਇਆ ਥਾ। ਮੰਗਣ ਗਿਆ ਸੋ ਮਰ ਰਿਹਾ ਵਾਲਾ ਗਿਆਨ ਦੇਣ ਲਈ ਇੱਥੇ ਵਿਸ਼ਨੂੰ ਪ੍ਰਭੂ ਨੂੰ ਬੌਣਾ ਬਣਾ ਕੇ ਪੇਸ਼ ਕੀਤਾ ਹੈ। ਪਰ ਇਸੇ ਬ੍ਰਾਹਮਣ ਨੇ ਵਿਸ਼ਨੂੰ ਭਗਵਾਨ ਦੇ ਹੀ ਅਵਤਾਰ 8-9 ਸਾਲ ਦੇ ਰਾਮ ਭਗਵਾਨ ਦਾ ਸਿਰ ਰਗੜ ਕੇ ਮੁੰਨਿਆ ਤੇ ਉਸ ਦੇ ਗਲ ਵਿੱਚ ਮੰਗਤਿਆਂ ਵਾਲੇ ਕੱਪੜੇ ਪਵਾ ਕੇ ਉਸ ਨੂੰ ਮੰਗਤਿਆਂ ਵਾਲੀ ਲੰਬੀ ਹੇਕ ਨਾਲ ਭਿਕਸ਼ਾ ਮੰਗਣ ਦੀ ਸੱਦ ਲਾਉਣ ਦੀ ਜਾਚ ਦੱਸੀ। ਫਿਰ ਕੁੱਤੇ ਡਰਾਉਣ ਲਈ ਮੋਟਾ ਸਾਰਾ ਡੰਡਾ ਹੱਥ ਵਿੱਚ ਫੜਾਇਆ। ਫਿਰ ਉਸ ਭਗਵਾਨ ਨੂੰ ਘਰਾਂ ਤੋਂ ਭਿਖਿਆ ਮੰਗਦਾ ਦਰਸਾਇਆ। ਅਜਿਹਾ ਕਰਕੇ ਲੋਕਾਂ ਦੇ ਮਨਾਂ ਅੰਦਰ ਮੰਗਤੇ ਦੇ ਭੇਖ ਵਿੱਚ ਭਗਵਾਨ ਬੂਹੇ ਆਣ ਖਲੋਣ ਦਾ ਭਰਮ ਬਣਾ ਦਿੱਤਾ, ਅਰਥਾਤ ਮੰਗਤਿਆਂ ਦੀ ਠੱਗੀਆਂ ਮਾਰ ਸਕਣ ਦਾ ਰਸਤਾ ਪੱਧਰਾ ਕਰ ਦਿੱਤਾ। ਬ੍ਰਾਹਮਣ ਤੋਂ ਬਿਨਾਂ ਦੁਨੀਆ ਵਿੱਚ ਹੋਰ ਕਿਹੜਾ ਹੈ ਜੋ ਭਗਵਾਨ ਨੂੰ ਇਸ ਤਰ੍ਹਾਂ ਦਾ ਠੱਗ ਅਤੇ ਮੰਗਤਾ ਬਹੁ ਰੂਪੀਆ ਬਣਾ ਕੇ ਖੱਜਲ ਕਰ ਸਕੇ। ਪੁਰਾਣਕ ਕਥਾ ਅਨੁਸਾਰ ਰਾਜਾ ਬਲ ਪ੍ਰਹਿਲਾਦ ਭਗਤ ਦਾ ਪੋਤਾ ਵਿਰੋਚਨ ਦਾ ਪੁੱਤਰ ਸੀ। ਇਸ ਨੇ ਆਪਣੇ ਬਲ ਨਾਲ ਇੰਦਰ ਨੂੰ ਜਿੱਤ ਕੇ ਤਿੰਨੋਂ ਲੋਕਾਂ ਵਿੱਚ ਆਪਣਾ ਰਾਜ ਥਾਪ ਲਿਆ ਸੀ। ਦੇਵਤਿਆਂ ਤੇ ਕਹਿਣ ਤੇ ਵਿਸ਼ਨੂੰ ਜੀ ਨੇ ਰਾਜੇ ਬਲ ਨਾਲ ਛਲ ਕਰਨ ਲਈ 52 ਭਾਵ ਬੌਣਾ ਰੂਪ ਧਾਰਨ ਕਰ ਲਿਆ। ਬ੍ਰਾਹਮਣ ਦਾ ਭੇਸ ਬਣਾ ਕੇ ਰਾਜੇ ਬਲ ਕੋਲੋਂ 2.5 ਕਦਮ ਧਰਤੀ ਮੰਗੀ। ਰਾਜੇ ਨੇ ਜਦ ਧਰਤੀ ਦੇਣੀ ਮੰਨ ਲਈ ਤਾਂ ਵਿਸ਼ਨੂੰ ਨੇ ਆਪਣਾ ਸਰੀਰ ਵਧਾ ਲਿਆ ਅਤੇ ਦੋਹਾਂ ਕਦਮਾਂ ਵਿੱਚ ਸਾਰੀ ਧਰਤੀ ਅਤੇ ਆਕਾਸ਼ ਮਿਣ ਲਏ। ਗੋਲ ਧਰਤੀ ਦਾ ਸਿਰਾ ਕਿੱਥੇ ਕੁ ਆਇਆ ਹੋਵੇਗਾ। ਸਾਰੀ ਧਰਤੀ ਉੱਤੇ ਇੱਕੋ ਸਮੇਂ ਤਾਂ ਸੂਰਜ ਆਪਣੀ ਰੌਸ਼ਨੀ ਵੀ ਨਹੀਂ ਪਹੁੰਚਾ ਸਕਦਾ। ਕਦਮਾਂ ਨਾਲ ਇੱਕੋ ਸਮੇਂ ਮਿਣ ਸਕਣ ਦੀ ਗੱਲ ਤਾਂ ਉਂਝ ਹੀ ਹਾਸੋਹੀਣੀ ਹੈ। ਅਖੇ ਜਦ 2 ਕਦਮਾਂ ਵਿੱਚ ਸਾਰੀ ਸ੍ਰਿਸ਼ਟੀ ਮਿਣੀ ਗਈ ਤਾਂ ਅੱਧੇ ਕਦਮ ਲਈ ਬਲ ਨੇ ਆਪਣਾ ਸਰੀਰ ਅੱਗੇ ਰੱਖ ਦਿੱਤਾ। ਵਿਸ਼ਨੂੰ ਜੀ ਨੇ ਖੁਸ਼ ਹੋ ਕੇ ਇਸ ਨੂੰ ਪਾਤਾਲ ਦਾ ਰਾਜਾ ਥਾਪ ਦਿੱਤਾ ਅਤੇ ਆਪ ਵਿਸ਼ਨੂੰ ਨੇ ਉਸ ਦਾ ਦੁਆਰਪਾਲ ਹੋਣਾ ਮੰਨ ਲਿਆ। ਕਿ ਗਿਆਨੀ ਈਸ਼ਰ ਸਿੰਘ ਨਾਰਾ ਇਹ ਸਮਝਾ ਸਕਦੇ ਹਨ ਕਿ ਜਦ ਧਰਤੀ ਤੇ ਆਕਾਸ਼ ਮਿਣੇ ਜਾ ਚੁੱਕੇ ਸਨ ਤਾਂ ਰਾਜੇ ਬਲ ਨੇ ਆਪਣਾ ਸਰੀਰ ਕਿਸ ਥਾਂ ਟਿਕਾਇਆ ਹੋਵੇਗਾ। ਝੂਠ ਨਾ ਬੋਲ ਪਾਂਡੇ, ਸੱਚ ਕਹੀਏ। ਪੰਨਾ 904। ਨੰਬਰ 16 ਹੰਸ ਅਵਤਾਰ। ਸੰਤ ਕੁਮਾਰ ਨੂੰ ਗਿਆਨ ਉਪਦੇਸ਼ ਕਰਕੇ ਉਸ ਦਾ ਗਰਭ ਭੰਨਿਆ। ਨੰਬਰ 17
ਨਾਰਦ ਅਵਤਾਰ। ਪੰਚਰਾਤ ਵੇਦ ਬਣਾਇਆ, ਜਿਸ ਵਿੱਚ ਸਾਰਾ ਵੈਸ਼ਨਵ ਧਰਮ ਲਿਖਿਆ। ਨੰਬਰ 18 ਹਰੀ ਅਵਤਾਰ। ਹਾਥੀਆਂ ਦੇ ਰਾਜੇ ਗਜੇਂਦਰ ਨੂੰ ਗ੍ਰਹਿ ਦੇ ਮੁਖ ਤੋਂ ਛੁਡਾਇਆ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਇ। ਪੁਰਾਣਕ ਗਾਥਾ ਵਾਲੇ ਜਿਸ ਗਜ ਹਾਥੀ ਦਾ ਪ੍ਰਮਾਣ ਵਜੋਂ ਗੁਰਦੇਵ ਜੀ ਨੇ ਜ਼ਿਕਰ ਕੀਤਾ ਹੈ, ਉਸ ਬਾਰੇ ਭਾਗਵਤ ਪੁਰਾਣ ਦੇ ਸਕੰਦ 8 ਤੇ ਪਹਿਲੇ ਤੋਂ ਚੌਥੇ ਅਧਿਆਇ ਵਿੱਚ ਇਸ ਗਜੇਂਦਰ ਭਾਵ ਹਾਥੀਆਂ ਦੇ ਰਾਜੇ ਦੀ ਗਾਥਾ ਸੁਖਦੇਵ ਰਿਖੀ ਨੇ ਪਰੀਸ਼ਤ ਰਾਜੇ ਨੂੰ ਸੁਣਾਈ ਲਿਖੀ ਹੈ। ਸੁਖਦੇਵ ਨੇ ਪਰੀਸ਼ਤ ਨੂੰ ਦੱਸਿਆ ਕਿ ਇੱਕ ਤ੍ਰਿਕੁਟ ਪਰਬਤ 40,000 ਕੋ ਲੰਬੇ ਚੌੜੇ ਦੁੱਧ ਦੇ ਸਮੁੰਦਰ ਦੇ ਕੋਲ ਹੈ। ਯਾਦ ਰਹੇ ਕਿ ਸਾਰੀ ਧਰਤੀ ਦਾ ਘੇਰਾ ਕੁੱਲ 25,000 ਮੀਲ ਹੈ। ਕੋ 1 ਮੀਲ ਨਾਲੋਂ ਘੱਟੋ ਘੱਟ ਡਿਉੜਾ ਜ਼ਰੂਰ ਹੁੰਦਾ ਹੈ। ਉਂਝ ਪੁਰਾਣਾਂ ਵਿੱਚ ਕੋਸ 6 ਮੀਲ ਦਾ ਵੀ ਲਿਖਿਆ ਹੈ। ਇੱਥੇ ਇੱਕ ਸਮੁੰਦਰ ਹੀ 40,000 ਕੋ ਲਿਖਿਆ ਗਿਆ ਹੈ। ਉਸ ਪਹਾੜ ਤੇ ਬੇਅੰਤ ਹੀਰੇ ਮੋਤੀ ਲਾਲ ਤੇ ਰਤਨ ਹੋਣ ਕਰਕੇ ਉਸ ਦੀ ਚਮਕ ਦਾ ਬੜਾ ਚਾਨਣਾ ਰਹਿੰਦਾ ਹੈ। ਉੱਥੇ ਜਲ ਦੇ ਹਜ਼ਾਰਾਂ ਕੁੰਡ ਹਨ ਅਤੇ 4-4 ਕੋਹਾਂ ਤੇ ਫੁੱਲਾਂ ਦੀ ਸੁਗੰਧੀ ਖਿਲਰੀ ਰਹਿੰਦੀ ਹੈ। ਉੱਥੇ ਇੱਕ ਵੱਡਾ ਭਾਰੀ ਤਲਾਬ ਵੀ ਹੈ। ਉਸ ਥਾਂ ਦੇ ਨੇੜੇ ਬੜਾ ਭਾਰੀ ਬਨ ਹੈ, ਜਿਸ ਵਿੱਚ ਹਾਥੀਆਂ ਦੇ ਹਜ਼ਾਰਾਂ ਹੀ ਝੁੰਡ ਵਿਚਰਦੇ ਹਨ, ਜਿਹੜੇ ਹਥਨੀਆਂ ਨਾਲ ਕਲੋਲਾਂ ਕਰਦੇ ਰਹਿੰਦੇ ਹਨ। ਸਾਰੇ ਹਾਥੀਆਂ ਦਾ ਸਰਦਾਰ ਇੱਕ ਦਿਨ ਪਿਆਸ ਤੋਂ ਵਿਆਕੁਲ ਆਪਣੀਆਂ ਹਥਨੀਆਂ ਤੇ ਬੱਚਿਆਂ ਨਾਲ ਉਸ ਵੱਡੇ ਤਲਾਬ ਵਿੱਚ ਆ ਵੜਿਆ। ਆਪਣੇ ਬਲ ਦੇ ਹੰਕਾਰ ਵਿੱਚ ਮਸਤ ਹੋ ਕੇ ਪਾਣੀ ਵਿੱਚ ਖਰਮਸਤੀਆਂ ਕਰਨ ਲੱਗ ਪਿਆ ਤਾਂ ਤਲਾਬ ਦੇ ਗ੍ਰਹਿ ਭਾਵ ਤੇਂਦੂਏ ਨੇ ਹਾਥੀਆਂ ਦੇ ਉਸ ਹੰਕਾਰੀ ਰਾਜੇ ਨੂੰ ਫੜ ਲਿਆ। ਉਸ ਨੂੰ ਫਸਿਆ ਦੇਖ ਕੇ ਉਸ ਦਾ ਪਰਿਵਾਰ ਦੌੜ ਗਿਆ। ਹਾਥੀ ਨੇ ਇੱਕ ਕਮਲ ਦਾ ਫੁੱਲ ਵਿਸ਼ਨੂੰ ਦੀ ਭੇਟਾ ਕਰਨ ਲਈ ਆਪਣੀ ਸੁੰਡ ਵਿੱਚ ਫੜ ਲਿਆ ਅਤੇ ਉਸਤਤੀ ਕਰਕੇ ਸਹਾਇਤਾ ਲਈ ਪੁਕਾਰਿਆ। ਭਗਵਾਨ ਨੇ ਦੁਖੀ ਹਾਥੀ ਦੇ ਮੂੰਹੋਂ ਜਦ ਆਪਣੀ ਉਸਤਤ ਸੁਣੀ ਤਾਂ ਆਪਣਾ ਸੁਦਰਸ਼ਨ ਚੱਕਰ ਲਿਆ ਅਤੇ ਗਰੁੜ ਦੀ ਵੀ ਉਡੀਕ ਨਾ ਕੀਤੀ। ਨੰਗੇ ਪੈਰੀ ਉੱਠ ਦੌੜੇ ਅਤੇ ਆਕਾਸ਼ ਮਾਰਗ ਥਾਣੀ ਝੱਟ ਤਲਾਬ ਤੇ ਜਾ ਪਹੁੰਚੇ। ਹਾਥੀ ਨੇ ਫੁੱਲ ਭੇਟਾ ਕੀਤਾ। ਭਗਵਾਨ ਨੇ ਸੁਦਰਸ਼ਨ ਚੱਕਰ ਨਾਲ ਗਰਾਹ ਦਾ ਮੂੰਹ ਚੀਰ ਦਿੱਤਾ ਅਤੇ ਹਾਥੀ ਨੂੰ ਬਾਹਰ ਕੱਢਿਆ। ਅੱਗੇ ਚੌਥੇ ਅਧਿਆਇ ਵਿੱਚ ਲਿਖਿਆ ਹੈ ਕਿ ਜਦ ਗਰਾਹ ਮਾਰਿਆ ਗਿਆ ਤਾਂ ਦੇਵਤਿਆਂ ਬੜੀ ਉਸਤਤ ਕੀਤੀ। ਗਰਾਹ ਬੜਾ ਸੁੰਦਰ ਸਰੂਪ ਦੇਵਤਾ ਬਣ ਗਿਆ। ਉਸ ਨੇ ਦੱਸਿਆ ਕਿ ਉਹ ਪਿਛਲੇ ਜਨਮ ਵਿੱਚ ਹੂਹੂ ਨਾਮ ਦਾ ਗੰਧਰਵ ਸੀ। ਇੱਕ ਦਿਨ ਆਪਣੀਆਂ ਇਸਤਰੀਆਂ ਨਾਲ ਇੱਕ ਤਾਲਾਬ ਵਿੱਚ ਨਹਾ ਰਿਹਾ ਸੀ। ਉੱਥੇ ਹੀ ਦੇਵਲ ਰਿਖੀ ਨਹਾ ਰਿਹਾ ਸੀ। ਮੈਂ ਗੋਤਾ ਮਾਰ ਕੇ ਉਸ ਦਾ ਪੈਰ ਫੜ ਕੇ ਖਿੱਚ ਲਿਆ। ਦੇਵਲ ਰਿਖੀ ਦੇ ਸਰਾਪ ਨਾਲ ਉਹ ਗਰਾਹ ਬਣ ਗਿਆ। ਇਧਰੋਂ ਹਾਥੀ ਵੀ ਇੱਕ ਸੁੰਦਰ ਰੂਪ ਰਾਜਾ ਬਣ ਗਿਆ ਸੀ। ਉਸ ਨੇ ਸੁਣਾਇਆ ਕਿ ਉਸ ਦਾ ਨਾਮ ਇੰਦਰ ਦਮਯਨ ਸੀ ਅਤੇ ਰਾਜ ਕਰਦਾ ਸੀ। ਇੱਕ ਦਿਨ ਅਗਸਤ ਮੁਨੀ ਆਇਆ ਤਾਂ ਉਸ ਦਾ ਠੀਕ ਤਰ੍ਹਾਂ ਆਦਰ ਨਾ ਹੋ ਸਕਿਆ। ਰਿਖੀ ਨੇ ਗੁੱਸੇ ਵਿੱਚ ਆ ਕੇ ਕਿਹਾ, ਤੈਨੂੰ ਕਿਸੇ ਬ੍ਰਾਹਮਣ ਰਿਖੀ ਦਾ ਆਦਰ ਕਰਨਾ ਨਹੀਂ ਆਉਂਦਾ, ਅਤੇ ਸਰਾਪ ਦੇ ਕੇ ਹਾਥੀ ਬਣਾ ਦਿੱਤਾ ਸੀ। ਇਸੇ ਹੀ ਗਾਥਾ ਨੂੰ ਮਹਾਨ ਕੋਸ਼ ਦੇ 270 ਸਫ਼ੇ ਤੇ ਮਹਾਭਾਰਤ ਦੇ ਹਵਾਲੇ ਨਾਲ ਲਿਖਿਆ ਹੈ ਕਿ ਹਾਹਾ ਅਤੇ ਹੂਹੂ ਦੋਵੇਂ ਗੰਧਰਵਾਂ ਦੇ ਸਰਦਾਰ ਸਨ, ਜੋ ਇੰਦਰ ਦੇ ਗਵਈਏ ਸਨ। ਇਹਨਾਂ ਨੂੰ ਵਿਦਿਆ ਦਾ ਹੰਕਾਰ ਹੋ ਜਾਣ ਕਾਰਨ ਦੇਵਲ ਰਿਖੀ ਦੇ ਸਰਾਪ ਨਾਲ ਗਜੇਂਦਰ ਤੇ ਤੇਂਦੂਆ ਬਣ ਗਏ। ਜਿਸ ਕਿਸੇ ਬ੍ਰਾਹਮਣ ਨੂੰ ਜਿਵੇਂ ਠੀਕ ਲੱਗਾ ਕਹਾਣੀ ਨੂੰ ਮੋੜ ਦੇ ਲਿਆ। ਜੇ ਸੱਚੀ ਗੱਲ ਹੋਵੇ ਤਾਂ ਇਸ ਤਰ੍ਹਾਂ ਦਾ ਫਰਕ ਪੈ ਹੀ ਨਹੀਂ ਸਕਦਾ। ਅਸਲੀਅਤ ਜਾਣਨ ਵਾਲੇ ਝੱਟ ਰੌਲਾ ਪਾ ਦਿੰਦੇ ਹਨ। ਜਦ ਲਿਖਣਾ ਹੀ ਝੂਠ ਹੈ, ਫਿਰ ਜੋ ਮਰਜ਼ੀ ਲਿਖੀ ਜਾਓ, ਕਿਸੇ ਨੂੰ ਕੀ। ਊੜਾ ਸੁਖਦੇਵ। ਮਹਾਨ ਕੋਸ਼ ਦੇ 207 ਸਫ਼ੇ ਤੇ ਮਹਾਭਾਰਤ ਗ੍ਰੰਥ ਦੇ ਹਵਾਲੇ ਨਾਲ ਲਿਖਿਆ ਹੈ ਕਿ ਵਿਆਸ ਹਵਨ ਕਰਨ ਲਈ ਅਰੜੀ ਲੱਕੜੀ ਘਸਾ ਕੇ ਅੱਗ ਕੱਢਣ ਦਾ ਯਤਨ ਕਰ ਰਿਹਾ ਸੀ। ਇਤਨੇ ਵਿੱਚ ਕਿਰਤਾਚੀ ਅਪਸਰਾ ਆਈ, ਜਿਸ ਨੂੰ ਦੇਖ ਕੇ ਰਿਖੀ ਦਾ ਵੀਰਜ ਅਰਣੀ ਲੱਕੜੀ ਜੋ ਹੱਥ ਵਿੱਚ ਫੜੀ ਹੋਈ ਘਸਾ ਰਿਹਾ ਸੀ, ਵਿੱਚ ਡਿੱਗ ਪਿਆ। ਕਿਰਤਾਚੀ ਇਹ ਦੇਖ ਕੇ ਬੜੀ ਡਰੀ ਕਿ ਰਿਖੀ ਕਿਤੇ ਸਰਾਪ ਨਾ ਦੇ ਦੇਵੇ ਅਤੇ ਤੋਤੀ ਬਣ ਕੇ ਉੱਥੋਂ ਉੱਡ ਗਏ। ਉਸ ਅਰੁਣੀ ਲੱਕੜੀ ਵਿੱਚੋਂ ਫਿਰ ਵਿਆਸ ਦਾ ਪੁੱਤਰ ਸੁਖਦੇਵ ਪੈਦਾ ਹੋਇਆ।
ਇਸੇ ਸੂਕਦੇਵ ਰਿਸ਼ੀ ਬਾਰੇ ਲਿਖਿਆ ਹੈ ਕਿ ਇਹ 12 ਬਰਸ ਸੁੱਕੀ ਲੱਕੜੀ ਮਾਂ ਦੇ ਗਰਭ ਵਿੱਚ ਰਿਹਾ ਸੀ ਅਤੇ ਜੰਮਦਾ ਹੀ ਤਪ ਕਰਨ ਲਈ ਬਨ ਵਿੱਚ ਚਲਾ ਗਿਆ ਸੀ। ਐੜਾ ਪ੍ਰੀਸ਼ਤ ਇਹ ਰਾਜਾ ਅਰਜੁਨ ਦੇ ਪੁੱਤਰ ਅਤੇ ਸ੍ਰੀ ਕ੍ਰਿਸ਼ਨ ਦੇ ਭਾਣਜੇ ਅਭਿਮਨਯੂ ਦਾ ਪੁੱਤਰ ਉੱਤਰਾ ਦੇ ਪੇਟੋਂ ਪੈਦਾ ਹੋਇਆ ਸੀ। ਇਹ ਜਦੋਂ ਆਪਣੀ ਮਾਂ ਦੇ ਪੇਟ ਵਿੱਚ ਹੀ ਸੀ ਤਾਂ ਅਸ਼ਵਧਾਮਾ ਨੇ ਪਾਂਡਵਾਂ ਦੀ ਕੁੱਲ ਦਾ ਨਾਸ਼ ਕਰਨ ਵਾਸਤੇ ਬ੍ਰਹਮ ਅਸਤਰ ਚਲਾਇਆ। ਉਸ ਦਾ ਇੱਕ ਹਿੱਸਾ ਉੱਤਰਾ ਦੇ ਗਰਭ ਵਿੱਚ ਚਲਾ ਗਿਆ, ਜਿਸ ਦੀ ਅਗਨੀ ਨਾਲ ਉੱਤਰਾ ਵਿਆਕੁਲ ਹੋ ਕੇ ਕੁਰਲਾਈ। ਦ੍ਰੌਪਦੀ ਨੇ ਮੁਰਲੀ ਮਨੋਹਰ ਦੀ ਆਰਾਧਨਾ ਕੀਤੀ ਤਾਂ ਉਹ ਪ੍ਰਗਟ ਹੋ ਗਏ ਅਤੇ ਸੁਦਰਸ਼ਨ ਚੱਕਰ ਲੈ ਕੇ ਉੱਤਰਾ ਦੇ ਗਰਭ ਵਿੱਚ ਜਾ ਵੜੇ ਅਤੇ ਬ੍ਰਹਮ ਅਸਤਰ ਦੀ ਅਗਨੀ ਨੂੰ ਸ਼ਾਂਤ ਕਰਕੇ ਬਾਹਰ ਆ ਗਏ। ਭਾਗਵਤ ਪੁਰਾਣ ਦੇ 42 ਸਫ਼ੇ ਤੇ ਇਸ ਪ੍ਰਕਾਰ ਲਿਖਿਆ ਹੈ, जब प्रीशत उत्तरा के पेट से उत्पन्न हुआ तब आंखें खोलकर चारों तरफ देखने लगा कि जो स्वरूप मैंने माता के उदर में देखा था वो कहाँ है। इसी कारण इसका नाम परीशत हुआ। इस नूं श्रृंगी रिखी दे श्राप नाल सप लड़िया सी। नंबर 19 परशुराम अवतार। परशुराम जमदगन ब्राह्मण रिखी दा पुत्र सी। ਇਹ ਤਾਮਸੀ ਸੁਭਾਅ ਵਾਲੇ ਭਗਵਾਨ ਨੇ 21 ਸਵਾਰ ਪਰਿਵਾਰਾਂ, ਇਸਤਰੀਆਂ, ਬੱਚੇ, ਬੁੱਢੇ, ਰੋਗੀ ਆਦਿ ਸਮੇਤ ਖੱਤਰੀਆਂ ਨੂੰ ਪ੍ਰਿਥਵੀ ਤੋਂ ਖਤਮ ਕੀਤਾ ਸੀ। ਜਿੱਤੀ ਹੋਈ ਪ੍ਰਿਥਵੀ ਬ੍ਰਾਹਮਣਾਂ ਨੂੰ ਦਾਨ ਕਰ ਦਿੱਤੀ ਸੀ ਅਤੇ ਆਪ ਮਹਿੰਦਰ ਪਰਬਤ ਤੇ ਵਿਸਰਾਮ ਕਰਦਾ ਸੀ। ਖੱਤਰੀਆਂ ਦੇ ਇਸ ਸਮੂਹਕ ਕਤਲ ਕੀਤੇ ਜਾਣ ਦੇ ਕਾਰਨ ਦਾ ਪਿਛੋਕੜ ਇੰਜ ਹੈ। ਬ੍ਰਾਹਮਣ ਘਰਾਣੇ ਦੇ ਇਸ ਵੰਸ਼ ਦਾ ਆਰੰਭ ਭ੍ਰਿਗੂ ਤੋਂ ਚੱਲਿਆ ਹੋਇਆ ਹੈ। ਭ੍ਰਿਗੂ ਬ੍ਰਹਮਾ ਜਿਸ ਅਨੋਖੀ ਦੈਵੀ ਕਰਤੂਤ ਦੀ ਪੈਦਾਇਸ਼ ਹੈ, ਉਸ ਅਦਭੁਤ ਭ੍ਰਿਗੂ ਦੀ ਜਨਮ ਗਾਥਾ ਵਿਪਰ ਅਤੇ ਉਸ ਦੀ ਰੀਤ ਪ੍ਰਕਰਣ ਵਿੱਚ ਆ ਚੁੱਕੀ ਹੈ। ਪਰਸ਼ੁਰਾਮ ਦੇ ਪਿਤਾ ਜਮਦਗਨ ਦੇ ਪਿਤਾ ਦਾ ਨਾਮ ਰਚੀਕ ਅਤੇ ਮਾਤਾ ਦਾ ਨਾਮ ਸਤਿਆਵਤੀ ਲਿਖਿਆ ਹੈ। ਇਹ ਬੀਬੀ ਛਤਰੀ ਵੰਸ਼ ਦੇ ਗਾਧ ਨਾਮੇ ਰਾਜੇ ਦੀ ਪੁੱਤਰੀ ਹੋਣੀ ਲਿਖੀ ਹੈ। ਵਿਸ਼ਨੂੰ ਪੁਰਾਣ ਵਿੱਚ ਲਿਖਿਆ ਹੈ ਕਿ ਇੱਕ ਸਮੇਂ ਰਚੀਕ ਰਿਖੀ ਨੇ ਆਪਣੇ ਤਪ ਦੇ ਪ੍ਰਭਾਵ ਨਾਲ ਇੱਕ ਵਿਦਿਆ ਭੋਜਨ ਤਿਆਰ ਕੀਤਾ, ਜਿਸ ਦੇ ਖਾਣ ਤੋਂ ਬ੍ਰਾਹਮਣ ਦੀਆਂ ਸਿਫਤਾਂ ਵਾਲਾ ਪੁੱਤਰ ਪੈਦਾ ਹੋ ਸਕਦਾ ਸੀ। ਉਸ ਨੇ ਸਤਿਆਵਤੀ ਨੂੰ ਦਿੱਤਾ। ਰਿਖੀ ਨੇ ਉਸੇ ਵੇਲੇ ਇੱਕ ਹੋਰ ਆਹਾਰ ਤਿਆਰ ਕਰਕੇ ਸਤਿਆਵਤੀ ਦੀ ਮਾਤਾ ਨੂੰ ਵੀ ਦਿੱਤਾ, ਜਿਸ ਦੇ ਅਸਰ ਨਾਲ ਜੋਧੇ ਪੁੱਤਰ ਨੇ ਜਨਮ ਲੈਣਾ ਸੀ। ਇਹਨਾਂ ਮਾਵਾਂ ਧੀਆਂ ਨੇ ਉਹ ਆਹਾਰ ਆਪਸ ਵਿੱਚ ਬਦਲ ਲਿਆ। ਇਸ ਲਈ ਰਚੀਕ ਦਾ ਪੁੱਤਰ ਜਮਦਗਨ ਤਾਂ ਜੋਧਾ ਹੋਇਆ, ਪਰ ਮਗਰੋਂ ਜੋਧੇ ਵਾਲੇ ਗੁਣ ਪਰਸ਼ੁਰਾਮ ਵਿੱਚ ਬਦਲ ਦਿੱਤੇ ਗਏ ਲਿਖਿਆ ਹੈ। ਤੇ ਗਰਾਧ ਛਤਰੀ ਰਾਜੇ ਦਾ ਪੁੱਤਰ ਵਿਆਸ ਹੋਇਆ। ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਜਮਦਗਨ ਨੇ ਸਾਰੇ ਵੇਦਾਂ ਦਾ ਅਭਿਆਸ ਕਰ ਲਿਆ ਤਾਂ ਸੂਰਜਵੰਸ਼ੀ ਰੇਣ ਰਾਜੇ ਪਾਸ ਗਿਆ ਅਤੇ ਉਸ ਦੀ ਕੰਨਿਆ ਰੇਣੂਕਾ ਮੰਗੀ। ਰਾਜੇ ਨੇ ਉਸ ਨੂੰ ਕੰਨਿਆ ਦੇ ਦਿੱਤੀ, ਜਿਸ ਦੇ ਉਦਰ ਤੋਂ ਰੁਮਨਵਾਨ, ਸੁਖਸ਼ੇਣ, ਵਹੁ, ਵਿਸ਼ਵਭਾਉ ਅਤੇ ਪਰਸ਼ੁਰਾਮ ਜਨਮੇ। ਮਹਾਨ ਕੋਸ਼ 507। ਜਮਦਗਨ ਯੂਪੀ ਪ੍ਰਦੇਸ਼ ਦੇ ਜ਼ਿਲ੍ਹੇ ਗਾਜ਼ੀਪੁਰ ਦੇ ਇਲਾਕੇ ਵਿੱਚ ਗੰਗਾ ਦੇ ਕਿਨਾਰੇ ਰਹਿੰਦਾ ਸੀ। ਪੁਰਾਣਕ ਗਥਾਵਾਂ ਦੇ ਆਧਾਰ ਤੇ ਜਿੰਨੇ ਵੀ ਅਵਤਾਰ, ਦੇਵਤੇ, ਰਿਖੀ ਆਦਿ ਪੈਦਾ ਹੋਏ ਜਾਂ ਜਿੰਨੇ ਵੀ ਤੀਰਥ ਬਣੇ, ਸਭ ਦੇ ਸਭ ਯੂਪੀ ਅਥਵਾ ਪੂਰਬੀ ਭਾਰਤ ਵੱਲ ਹੀ ਹਨ। ਅਜਿਹਾ ਕਿਉਂ? ਕੀ ਕਦੇ ਕਿਤੋਂ ਕੋਈ ਠੋਸ ਦਲੀਲ ਮਿਲ ਸਕਦੀ ਹੈ ਕਿ ਦਿੱਲੀ ਤੋਂ ਉਰਾਂ ਕੁਰਖੇਤਰ ਤੋਂ ਅੱਗੇ ਕੋਈ ਵੀ ਭਗਵਾਨ, ਦੇਵਤਾ ਜਾਂ ਅਦਭੁਤ ਰਿਖੀ ਕਿਸ ਕਾਰਨ ਨਾ ਟੱਪ ਸਕਿਆ? ਜਮਦਗਨ ਦੀ ਸਾਲੀ ਸਹੰਸਰ ਬਾਹੂ ਭਾਵ ਹਜ਼ਾਰਾਂ ਬਾਹਾਂ ਵਾਲੇ ਦੀ ਪਤਨੀ ਸੀ। ਸਹੰਸਰ ਬਾਹੂ ਬੜਾ ਸ਼ਕਤੀਸ਼ਾਲੀ ਚੰਦਰਵੰਸ਼ੀ ਰਾਜਾ ਸੀ। ਇੱਕ ਵਾਰੀ ਰੇਣੂਕਾ ਨੇ ਆਪਣੇ ਭੈਣ ਭਣਵਈਏ ਨੂੰ ਨਿਉਤਾ ਦਿੱਤਾ। ਸਹੰਸਰ ਬਾਹੂ ਆਪਣੀ ਫੌਜ ਸਮੇਤ ਰੋਟੀ ਖਾਣ ਆ ਗਿਆ। ਜਮਦਗਨ ਨੇ ਸੁਰਗਾਂ ਵਿੱਚੋਂ ਮੰਗ ਕੇ ਲਿਆਂਦੀ ਕਾਮਧੇਨ ਗਊ ਦੀ ਸਹਾਇਤਾ ਨਾਲ ਸਾਰੀ ਫੌਜ ਸਮੇਤ ਆਪਣੇ ਸਾਂਢੂ ਸਹੰਸਰ ਬਾਹੂ ਦੀ ਬੜੀ ਸੇਵਾ ਕੀਤੀ। ਉਹ ਹੈਰਾਨ ਰਹਿ ਗਿਆ ਕਿ ਇੱਕ ਤਪਸਵੀ ਨੇ ਸ਼ਾਹੀ ਠਾਠ ਬਾਠ ਵਾਲੀ ਪਰਉਣਾਚਾਰੀ ਕਿਵੇਂ ਕਰ ਵਿਖਾਈ। ਜਦ ਉਸ ਨੂੰ ਇਹ ਪਤਾ ਲੱਗਾ ਕਿ ਸਾਰਾ ਚਮਤਕਾਰ ਕਾਮਧੇਨ ਗਊ ਦਾ ਸੀ ਤਾਂ ਸਹੰਸਰ ਬਾਹੂ ਨੇ ਜਮਦਗਨ ਤੋਂ
ਕਾਮ ਧਿਨ ਗਊ ਮੰਗ ਲਈ। ਜਮਦਗਨ ਦੇ ਇਨਕਾਰ ਕਰਨ ਤੇ ਲੜਾਈ ਹੋ ਪਈ। ਸਹੰਸਰ ਬਾਹੂ ਨੇ ਜਮਦਗਨ ਨੂੰ ਕਤਲ ਕਰ ਦਿੱਤਾ, ਪਰ ਗਾਂ ਮੌਕਾ ਧਾੜ ਕੇ ਵਾਪਸ ਸੁਰਗਾਂ ਨੂੰ ਦੌੜ ਗਈ। ਜਦ ਪਰਸਰਾਮ ਘਰ ਆਇਆ ਤਾਂ ਰੇਣੂਕਾ ਨੇ ਰੋ ਕੇ ਸਾਰਾ ਹਾਲ ਦੱਸਿਆ। ਤਾਂ ਪਰਸਰਾਮ ਨੇ ਪਿਤਾ ਦੀ ਲਾਸ਼ ਸਾਂਭਣ ਤੋਂ ਪਹਿਲਾਂ ਸਹੰਸਰ ਬਾਹੂ ਨੂੰ ਕਤਲ ਕਰ ਦਿੱਤਾ ਅਤੇ ਪ੍ਰਤੱਗਿਆ ਕੀਤੀ ਕਿ ਉਹ 21 ਵਾਰ ਪ੍ਰਿਥਵੀ ਨੂੰ ਖੱਤਰੀਆਂ ਤੋਂ ਖਾਲੀ ਕਰੇਗਾ। ਭਾਗਵਤ ਪੁਰਾਣ ਅਨੁਸਾਰ ਪਰਸਰਾਮ ਨੇ ਖੱਤਰੀਆਂ ਦੇ 21 ਵਾਰੀ ਦੇ ਖੂਨ ਦੇ ਨਾਲ ਕੁਰਖੇਤਰ ਵਿੱਚ ਲਹੂ ਦੀ ਨਦੀ ਵਗਾ ਕੇ ਉਸ ਵਿੱਚ ਖੜੇ ਹੋ ਕੇ ਆਪਣੇ ਪਿਤਰਾਂ ਨੂੰ ਲਹੂ ਦਾ ਤਰਪਣ ਕੀਤਾ ਸੀ। ਕਤਲ ਹੋਣ ਵਾਸਤੇ ਦੂਜੀ ਕੁੱਲ ਤਿਆਰ ਹੋ ਸਕਣ ਦੇ ਸਮੇਂ ਤੱਕ ਪਹਿਲੀ ਕੁੱਲ ਦੇ ਕਤਲਾਂ ਦਾ ਵਗਿਆ ਹੋਇਆ ਖੂਨ ਕੀ ਸੁੱਕਦਾ ਨਹੀਂ ਸੀ, ਅਤੇ ਫਿਰ ਕੀ ਸਾਰੇ ਖੱਤਰੀ ਉੱਥੇ ਇੱਕ ਥਾਂ ਤੇ ਲਿਆ ਕੇ ਝਟਕਾਏ ਜਾਂਦੇ ਸਨ। ਫਿਰ ਵੀ ਲਹੂ ਦੀ ਅਜਿਹੀ ਨਦੀ ਕਿਸੇ ਹਾਲਤ ਵਿੱਚ ਨਹੀਂ ਵਗ ਸਕਦੀ ਜਿਸ ਵਿੱਚ ਖੜੇ ਹੋ ਕੇ ਪਿਤਰਾਂ ਨੂੰ ਲਹੂ ਦਾ ਤਰਪਣ ਕੀਤਾ ਜਾਏ। ਇਹ ਸਾਰਾ ਕੁਝ ਕੁਫਰ ਬੁਲਾਇਆ ਵੀ ਕ੍ਰਿਸ਼ਨ ਜੀ ਦੇ ਮੂੰਹੋਂ ਹੈ। ਇਸ ਗੱਲ ਨੂੰ ਕਿਸੇ ਥਾਂ ਸਪਸ਼ਟ ਨਹੀਂ ਕੀਤਾ ਹੋਇਆ ਕਿ ਇਹ ਖੱਤਰੀ ਖਤਮ ਹੋ ਜਾਣ ਉਪਰੰਤ ਪਰਸਰਾਮ ਦੇ ਕੁਹਾੜੇ ਦਾ ਸ਼ਿਕਾਰ ਬਣਨ ਲਈ ਮੁੜ-ਮੁੜ ਆਪਣੀ ਨਸਲ ਕਿੱਥੋਂ ਤੋਰ ਲੈਂਦੇ ਸਨ। ਬੜੇ ਸਪਸ਼ਟ ਸ਼ਬਦਾਂ ਵਿੱਚ ਇਹੀ ਲਿਖਿਆ ਮਿਲਦਾ ਹੈ ਕਿ ਭਗਵਾਨ ਪਰਸਰਾਮ ਨੇ 21 ਵਾਰੀ ਖੱਤਰੀਆਂ ਤੋਂ ਧਰਤੀ ਖਾਲੀ ਕਰ ਦਿੱਤੀ ਅਤੇ ਧਰਤੀ ਬ੍ਰਾਹਮਣਾਂ ਨੂੰ ਦਾਨ ਕਰ ਦਿੱਤੀ ਸੀ। ਭਾਗਵਤ ਪੁਰਾਣ ਦੇ ਹੀ ਸਕੰਦ ਨੰਬਰ 9 ਅਧਿਆਏ 16 ਵਿੱਚ ਲਿਖਿਆ ਹੈ ਕਿ ਇੱਕ ਦਿਨ ਰੇਣੂਕਾ ਪਰਸਰਾਮ ਦੀ ਮਾਤਾ ਗੰਗਾ ਨਦੀ ਤੋਂ ਜਲ ਲੈਣ ਗਈ ਤਾਂ ਉੱਥੇ ਚਿਤਰਾਰਥ ਗੰਧਰਵ ਨੂੰ ਆਪਣੀ ਇਸਤਰੀ ਨਾਲ ਪਾਣੀ ਵਿੱਚ ਕ੍ਰੀੜਾ ਕਰਦੇ ਨੂੰ ਦੇਖ ਕੇ ਕਾਮਵਸ ਹੋ ਗਈ। ਜਮਦਗਨ ਨੇ ਆਪਣੇ ਯੋਗ ਬਲ ਨਾਲ ਸਭ ਕੁਝ ਦੇਖ ਲਿਆ। ਕ੍ਰੋਧਵਸ ਹੋ ਕੇ ਉਸਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਆਪਣੀ ਇਸ ਮਾਂ ਨੂੰ ਕਤਲ ਕਰ ਦਿਓ। ਬਾਕੀ ਪੁੱਤਰ ਤਾਂ ਨਾ ਮੰਨੇ, ਪਰ ਜਲਾਦਾਂ ਵਾਲਾ ਕੰਮ ਕਰਨ ਗਿੱਜੇ ਭਗਵਾਨ ਪਰਸਰਾਮ ਨੇ ਆਪਣੇ ਭਰਾਵਾਂ ਨੂੰ ਅਤੇ ਮਾਤਾ ਨੂੰ ਕਤਲ ਕਰਦਿਆਂ ਜ਼ਰਾ ਢਿੱਲ ਨਾ ਲਾਈ। ਮੁਹਿੰਦਰ ਪਰਬਤ। ਪਰਸਰਾਮ ਦਾ ਵਿਸ਼ਰਾਮ ਕਰ। ਪਰਸਰਾਮ ਨਾਲ ਜੁੜੀ ਲਗਭਗ ਹਰ ਗਾਥਾ ਵਿੱਚ ਕਿਹਾ ਗਿਆ ਹੈ ਕਿ ਪਰਸਰਾਮ ਨੇ ਸਾਰੀ ਪ੍ਰਿਥਵੀ ਆਪਣੀ ਬ੍ਰਾਹਮਣ ਬਰਾਦਰੀ ਵਿੱਚ ਵੰਡ ਦਿੱਤੀ ਸੀ ਅਥਵਾ ਬ੍ਰਾਹਮਣਾਂ ਨੂੰ ਦਾਨ ਕਰ ਦਿੱਤੀ ਸੀ, ਅਤੇ ਆਪ ਫਿਰ ਸਦਾ ਮੁਹਿੰਦਰ ਪਰਬਤ ਤੇ ਹੀ ਜਾ ਟਿਕਦਾ ਸੀ, ਕਦੇ ਵੀ ਧਰਤੀ ਤੇ ਨਹੀਂ ਸੀ ਸੌਂਦਾ। ਸੀਤਾ ਦੇ ਸਵੰਬਰ ਸਮੇਂ ਧਨੁੱਖ ਟੁੱਟਣ ਦੇ ਖੜਕੇ ਨੂੰ ਸੁਣ ਕੇ ਮੁਹਿੰਦਰ ਪਰਬਤ ਤੋਂ ਹੀ ਆ ਕੇ ਪਰਸਰਾਮ ਨੇ ਰਾਮਚੰਦਰ ਨਾਲ ਝਗੜਾ ਆਰੰਭਿਆ ਸੀ। ਰਾਮਾਇਣ ਗਾਥਾ ਵਾਲੀਆਂ ਵੀਡੀਓ ਰੀਲਾਂ ਵਿੱਚ ਇਸ ਦ੍ਰਿਸ਼ ਨੂੰ ਬੜਾ ਵਿਸਥਾਰ ਨਾਲ ਦਿਖਾਇਆ ਹੈ। ਮੁਹਿੰਦਰ ਪਹਾੜ ਜੁੰਬ ਨਾਮੀ ਦੀਪ ਵਿੱਚ ਹੈ। ਭਾਗਵਤ ਪੁਰਾਣ ਅਨੁਸਾਰ ਇਹ ਦੀਪ ਪ੍ਰਿਥਵੀ ਦੇ 7 ਦੀਪਾਂ ਵਿੱਚੋਂ ਹੈ ਅਤੇ ਇੱਕ ਇਹੀ ਦੀਪ ਖਾਰੇ ਸਮੁੰਦਰ ਨਾਲ ਘਿਰਿਆ ਹੋਇਆ ਹੈ ਕਿ ਸਾਰੇ ਸਮੁੰਦਰਾਂ ਦਾ ਪਾਣੀ ਖਾਰਾ ਨਹੀਂ ਹੁੰਦਾ। ਜਾਮਣ ਦੇ ਇੱਕ ਵੱਡੇ ਰੁੱਖ ਦੇ ਹੋਣ ਕਾਰਨ ਇਸ ਦਾ ਨਾਮ ਜੰਬ ਭਾਵ ਜਾਮਨ ਪਿਆ। ਇਸ ਦੀਪ ਦਾ ਵਿਸਤਾਰ 1 ਲੱਖ ਯੋਜਨ ਅਰਥਾਤ 6 ਲੱਖ ਮੀਲ ਹੈ। ਸਾਰੀ ਧਰਤੀ ਦੀ ਗੁਲਾਈ ਨਾਲੋਂ 24 ਗੁਣਾ ਵੱਡਾ। ਫਿਰ ਇਸ ਦੀਪ ਦੇ 9 ਖੰਡ 9-9 ਹਜ਼ਾਰ ਯੋਜਨ 9 ਛੀਕੇ 54,000 ਮੀਲ ਦਾ ਇੱਕ ਖੰਡ ਅਰਥਾਤ ਧਰਤੀ ਨਾਲੋਂ ਦੁੱਗਣੇ ਆਕਾਰ ਤੋਂ ਵੀ ਵੱਡਾ। ਸਾਡੇ ਬ੍ਰਾਹਮਣ ਜੀ ਨੇ ਉਹਨਾਂ 9 ਖੰਡਾਂ ਦੇ ਨਾਮ ਇਸ ਪ੍ਰਕਾਰ ਦੇ ਰੱਖੇ ਹੋਏ ਹਨ: ਇਲਾਵਿਤਰ, ਰਾਮਾਇਕ, ਹਿਰਣਮਾਈ, ਕੁੱਕਰਵਿਸ਼, ਹਰਵਿਰਿਸ਼, ਪਿਪਰੁਸ਼, ਭਾਰਤ, ਰਿਦਸ਼ੂ ਅਤੇ ਕੇਤਮਾਲ। ਜਾਮਨ। ਜਿਸ ਅਦਭੁਤ ਜਾਮਨ ਦੇ ਦਰਖਤ ਦੇ ਨਾਮ ਤੋਂ ਇਸ ਦੀਪ ਦਾ ਜਾਮਨ ਨਾਮ ਪਿਆ ਹੈ, ਉਸ ਦਰਖਤ ਦੀ ਖਾਸ ਗੱਲ ਇਹ ਲਿਖੀ ਹੈ ਕਿ ਉਸ ਨੂੰ ਹਾਥੀ ਜਿੱਡੇ ਜਾਮਨ ਲੱਗਦੇ ਹਨ। ਉਹ ਜਾਮਨ ਪੱਕ ਕੇ ਜਾਂ ਧਰਤੀ ਤੇ ਡਿੱਗਦੇ ਹਨ ਤੇ ਉਹਨਾਂ ਵਿੱਚੋਂ ਨਿਕਲਦੇ ਰਸ ਦੀ ਇੱਕ ਨਦੀ ਵਹਿ ਤੁਰਦੀ ਹੈ। ਉਸ ਨਦੀ ਦਾ ਨਾਮ ਜਾਂਬੂਨਦ ਹੈ। ਭਾਗਵਤ ਪੁਰਾਣ ਅਨੁਸਾਰ ਇਹ ਜਾਂਬੂਨਦ ਦਰਿਆ ਇਲਾਵਿਤਰ ਵਿੱਚ ਹੈ। ਇਸ ਦੇ ਰਸ ਨਾਲ ਭਿੱਜੀ ਹੋਈ ਮਿੱਟੀ ਸੂਰਜ ਦੀਆਂ ਕਿਰਨਾਂ ਨਾਲ ਖੁਸ਼ਕ ਹੋ ਕੇ ਸੋਨਾ ਬਣ ਜਾਂਦੀ ਹੈ। ਇਸ ਸੋਨੇ ਦੇ ਬਣੇ ਗਹਿਣੇ ਹੀ ਦੇਵਤਿਆਂ ਦੀਆਂ ਇਸਤਰੀਆਂ ਪਹਿਨਦੀਆਂ ਹਨ। ਧਰਮ ਗ੍ਰੰਥਾਂ ਦੀ ਇਹ ਗਾਥਾ ਪੜ੍ਹ ਕੇ
ਪਛਤਾਵਾ ਲੱਗਦਾ ਹੈ ਕਿ ਛੋਟੇ ਹੁੰਦੇ ਅਸੀਂ ਐਵੇਂ ਹੀ ਬਾਬਾ ਗੋਦੜੀ ਵਾਲੇ ਨੂੰ ਝੂਠਾ ਸਮਝਦੇ ਰਹੇ। ਜੇ ਜਾਮਨ ਵਾਲੀ ਗੱਲ ਸੱਚੀ ਹੈ ਤਾਂ ਬਾਬੇ ਦੀ ਉਹ ਗੱਲ ਕਿਵੇਂ ਝੂਠੀ ਹੋ ਸਕਦੀ ਹੈ ਜਿਹੜੀ ਉਹ ਸਾਨੂੰ ਬੱਚਿਆਂ ਨੂੰ ਬੜੇ ਪਿਆਰ ਅਤੇ ਨਿਸ਼ਚੇ ਨਾਲ ਸੁਣਾਇਆ ਕਰਦਾ ਸੀ ਕਿ ਬੇਰੀ ਦਾ ਇੱਕ ਬੜਾ ਵੱਡਾ ਰੁੱਖ ਸੀ। ਪਿੰਡ ਦੇ ਮੁੰਡੇ ਇੱਕ ਦਿਨ ਬੇਰ ਲਾਉਣ ਲਈ ਢੀਮਾਂ ਮਾਰ ਰਹੇ ਸਨ, ਪਰ ਜਿਹੜੀ ਢੀਮ ਮਾਰਨ ਉਹ ਵਾਪਸ ਆ ਜਾਵੇ। ਬੇਰੀ ਦੇ ਉੱਤੇ ਢੀਮਾਂ ਦੀ ਮਿੱਟੀ ਨਾਲ ਧਰਤੀ ਬਣ ਗਈ। ਧਰਤੀ ਦੇ ਉਸ ਟੁਕੜੇ ਉੱਤੇ ਕਿਸੇ ਇੱਲ ਨੇ ਮੋਠਾਂ ਦਾ ਦਾਣਾ ਲਿਆ ਸੁੱਟਿਆ ਜੋ ਉੱਗ ਪਿਆ। ਬਾਰਿਸ਼ ਹੋਣ ਕਾਰਨ ਉਹ ਇੰਨਾ ਵੱਧ ਗਿਆ ਕਿ ਕਈ ਪਿੰਡਾਂ ਦੇ ਪਸ਼ੂਆਂ ਦੇ ਵੱਗ ਦੁਪਹਿਰ ਨੂੰ ਉਹ ਸੰਘਣੀ ਛਾਵੇਂ ਆ ਬੈਠਿਆ ਕਰਦੇ। ਜਦ ਉਹ ਮੋਠਾਂ ਦਾ ਬੂਟਾ ਫਲ ਕੇ ਪੱਕਿਆ ਤਾਂ ਦਾਣਿਆਂ ਦੇ ਗੱਡੇ ਭਰ ਭਰ ਕੇ ਲੋਕ ਘਰਾਂ ਅਤੇ ਮੰਡੀਆਂ ਨੂੰ ਲਈ ਜਾਣ। ਦਾਣੇ ਰੱਖਣ ਨੂੰ ਥਾਂ ਨਾ ਲੱਭੇ, ਮੁੱਕਣ ਵਿੱਚ ਹੀ ਨਾ ਆਉਣ। ਆਖੇ ਮੋਠ ਦੇ ਬੂਟੇ ਦੇ ਟਾਹਣਿਆਂ ਦੀ ਲੱਕੜ ਨਾਲ ਕਈ ਕੋਠੇ ਛੱਤੇ ਗਏ। ਬੇਰੀ ਦੇ ਉੱਤੇ ਬਣੀ ਉਸ ਧਰਤੀ ਤੇ ਆ ਕੇ ਵਿਸ਼ਨੂੰ ਭਗਵਾਨ ਜੀ ਕਈ ਵਾਰੀ ਆਪਣੇ ਸੱਜੇ ਪੈਰ ਦਾ ਅੰਗੂਠਾ ਚੁੰਘਿਆ ਕਰਦੇ ਸਨ। ਵਿਸ਼ਨੂੰ ਜੀ ਉਸ ਬੇਰੀ ਨੂੰ ਫਿਰ ਸੁਰਗਾਂ ਵਿੱਚ ਲੈ ਗਏ ਸਨ। ਨੰਬਰ 20 ਸ੍ਰੀ ਰਾਮਚੰਦਰ ਅਵਤਾਰ। ਸਮੁੰਦਰ ਉੱਤੇ ਪੁਲ ਬੰਨ੍ਹ ਕੇ ਸਮੁੰਦਰ ਦਾ ਅਹੰਕਾਰ ਤੋੜਿਆ, ਪਾਪੀ ਰਾਵਣ ਮਾਰਿਆ ਅਤੇ ਲੰਕਾ ਦਾ ਰਾਜ ਭੀਖਣ ਕੋ ਦਿਆ। ਸ੍ਰੀ ਰਾਮਚੰਦਰ ਜੀ ਦਾ ਠੀਕ ਹਾਲ ਅਗਲੇ ਸਫ਼ਿਆਂ ਤੇ ਲਿਖਿਆ ਹੈ। ਨੰਬਰ 21 ਵੇਦ ਵਿਆਸ ਅਵਤਾਰ। 4 ਵੇਦ ਮਹਾਭਾਰਤ ਔਰ 18 ਪੁਰਾਣ ਬਣਾਏ। ਸ਼ਿਵ ਪੁਰਾਣ ਦੇ 7ਵੇਂ ਖੰਡ ਦੇ ਪਹਿਲੇ ਅਧਿਆਏ ਦੇ 392 ਸਫ਼ੇ ਤੇ ਬ੍ਰਹਮਾ ਆਪਣੇ ਪੁੱਤਰ ਨਾਰਦ ਨੂੰ ਦੱਸਦਾ ਹੈ ਕਿ ਸ਼ਿਵ ਜੀ ਵਿਆਸ ਦਾ ਅਵਤਾਰ ਲੈ ਕੇ ਯੋਗ ਸ਼ਾਸਤਰ ਤੇ ਪੁਰਾਣ ਬਣਾ ਕੇ ਆਪਣੇ ਸ਼ਿਸ਼ਾਂ ਭਾਵ ਬ੍ਰਾਹਮਣ ਨੂੰ ਪੜ੍ਹਾਉਂਦੇ ਹਨ। ਇਹ ਵੇਦ ਅਤੇ ਪੁਰਾਣ ਦੇ ਧਰਮ ਨੂੰ ਅਸਥਿਤ ਕਰਦੇ ਹਨ। ਵਿਆਸ ਦੇ ਇਹਨਾਂ ਅਵਤਾਰਾਂ ਦੇ ਨਾਮ ਇਹ ਹਨ। ਨੰਬਰ 1 ਸ਼੍ਰਿਤ, ਨੰਬਰ 2 ਸੁਤਾਰ, ਨੰਬਰ 3 ਸਹੋਤਰ, ਨੰਬਰ 4 ਕੰਕਣ, ਨੰਬਰ 5 ਸਾਖੈ, ਨੰਬਰ 6 ਜਾਖਾਸ਼ੈ, ਨੰਬਰ 7 ਜੈਗੀਸ਼ਵੈ, ਨੰਬਰ 8 ਦੁਦਵਾਹਨ, ਨੰਬਰ 9 ਰਿਸ਼ੀ ਪਾਂਡਵ, ਨੰਬਰ 10 ਭ੍ਰਿੰਗ, ਨੰਬਰ 11 ਤਪ, ਨੰਬਰ 12 ਅਤਰੀ, ਨੰਬਰ 13 ਬਾਲ, ਨੰਬਰ 14 ਗੌਤਮ, ਨੰਬਰ 15 ਵੇਦਸ਼ਿਰ, ਨੰਬਰ 16 ਧੇਨਕਰਨ, ਨੰਬਰ 17 ਗੁਹਬਾਲ, ਨੰਬਰ 18 ਸ਼ਿਖੰਡੀ, ਨੰਬਰ 19 ਜਟਾਮਾਲੀ, ਨੰਬਰ 20 ਅਠਹਾਸ, ਨੰਬਰ 21 ਦਾਹਕ, ਨੰਬਰ 22 ਲਾਂਗਲੀ, ਨੰਬਰ 23 ਸਤੇਤ ਤਰਸ਼ੂਲ, ਨੰਬਰ 24 ਦੰਡੀ, ਨੰਬਰ 25 ਮੁੰਡੇਸ਼ਵਰ, ਨੰਬਰ 26 ਸੋਮਹੁਰਮਾ, ਨੰਬਰ 27 ਲੰਕੇਸ਼ ਅਤੇ ਨੰਬਰ 28 ਸਹਿਸ਼ੂਣ। ਬੜੀ ਹੈਰਾਨੀ ਦੀ ਗੱਲ ਹੈ ਕਿ ਏਡੇ ਅਥਾਹ ਪਸਾਰੇ ਵਾਲੇ ਪਰਮਾਤਮਾ ਨੂੰ ਕੇਵਲ ਬ੍ਰਾਹਮਣ ਨੂੰ ਹੀ ਵਿਦਵਾਨ ਬਣਾਉਣ ਦੀ ਚਿੰਤਾ ਲੱਗੀ ਰਹੀ। ਸੰਸਾਰ ਦੇ ਹੋਰ ਸਾਰੇ ਜੀਵਾਂ ਦੀ ਅਨਪੜ੍ਹਤਾ ਅਤੇ ਅਗਿਆਨਤਾ ਮਿਟਾਉਣ ਦਾ ਖਿਆਲ ਛੱਡ ਕੇ ਕੇਵਲ ਬ੍ਰਾਹਮਣ ਨੂੰ ਹੀ ਪੜ੍ਹਾਉਣ ਲਈ ਰੱਬ ਜੀ ਨੇ ਇੰਨੇ ਅਵਤਾਰ ਲਏ। ਕੀ ਰੱਬ ਬ੍ਰਾਹਮਣ ਦੇ ਸਰਾਪ ਤੋਂ ਡਰ ਗਿਆ ਕਿ ਜਾਂ ਬ੍ਰਾਹਮਣ ਨਾਲ ਖਾਸ ਸਨੇਹ ਹੋ ਗਿਆ ਸੀ? ਸਪਸ਼ਟ ਹੈ ਕਿ ਵਿਦਿਆ ਤੋਂ ਕੋਰੀ ਜਨਤਾ ਤੋਂ ਆਪਣੀ ਪਕੜ ਮਜ਼ਬੂਤ ਬਣਾਈ ਜਾਣ ਵਾਲਾ ਚਤੁਰ ਬ੍ਰਾਹਮਣ ਆਪੇ ਰੱਬ ਦੇ ਨਾਮ ਧਰ ਲੈਂਦਾ ਸੀ ਅਤੇ ਆਪਣੀ ਯੋਜਨਾ ਅਨੁਸਾਰ ਉਹਨਾਂ ਦੀ ਵਰਤੋਂ ਕਰਕੇ ਆਪਣੀ ਪ੍ਰਤਿਭਾ ਵਧਾਈ ਜਾ ਰਿਹਾ ਸੀ। ਨੰਬਰ 22 ਸ੍ਰੀ ਕ੍ਰਿਸ਼ਨ ਅਵਤਾਰ। ਲਿਖਿਆ ਹੈ ਕਿ ਇਸ ਨੇ ਕੌਰਵਾਂ ਅਤੇ ਪਾਂਡਵਾਂ ਦਾ ਮਹਾਭਾਰਤ ਯੁੱਧ ਕਰਵਾਇਆ। ਕੰਸ, ਕਲਮਾਨ ਅਤੇ ਜਰਾਸਿੰਧ ਆਦਿ ਅਧਰਮੀਆਂ ਨੂੰ ਮਾਰ ਕੇ ਧਰਤੀ ਦਾ ਭਾਰ ਹਲਕਾ ਕੀਤਾ ਅਤੇ ਹੋਰ ਬੜੀ ਲੀਲਾ ਕੀਤੀ। ਪੜ੍ਹੋ ਲੇਖ ਕ੍ਰਿਸ਼ਨ ਅਵਤਾਰ। ਨੰਬਰ 23 ਬੋਧ ਅਵਤਾਰ। ਇਸ ਦੇ ਅਵਤਾਰੀ ਹੋਣ ਦਾ ਕਾਰਨ ਇਹ ਲਿਖਿਆ ਹੈ ਕਿ ਇੱਕ ਵਾਰੀ ਦੈਂਤਾਂ ਨੇ ਆਪਣਾ ਰਾਜ ਕਾਇਮ ਕਰਨ ਵਾਸਤੇ ਆਪਣੇ ਪੁਰੋਹਿਤ ਸ਼ੁਕ ਬ੍ਰਾਹਮਣਾਂ ਕੋਲੋਂ ਉਹ ਢੰਗ ਪੁੱਛਿਆ ਜਿਸ ਢੰਗ ਨਾਲ ਦੇਵਤੇ ਸਦਾ ਰਾਜ ਕਰਦੇ ਆ ਰਹੇ ਸਨ। ਸ਼ੁਕਰ ਨੇ ਦੱਸਿਆ ਕਿ ਸਿਰਫ ਯੱਗ ਕਰਨ ਨਾਲ ਹੀ ਉਹਨਾਂ ਵਿੱਚ ਸਾਰੀਆਂ ਸ਼ਕਤੀਆਂ ਆਉਂਦੀਆਂ ਹਨ। ਦੈਂਤਾਂ ਨੇ ਵੀ ਯੱਗ ਕਰਨਾ ਆਰੰਭ ਕਰ ਦਿੱਤਾ। ਦੇਵਤੇ ਘਬਰਾ ਕੇ ਨਾਰਾਇਣ ਜੀ ਕੋਲ ਗਏ, ਬਹੁਤ ਉਸਤਤੀ ਕਰਕੇ ਬੇਨਤੀ ਕੀਤੀ ਕਿ ਹੇ ਬੇਕੁੰਠਨਾਥ,
ਦੈਂਤ ਤਾਂ ਅੱਗੇ ਹੀ ਸਾਥੋਂ ਤਗੜੇ ਹਨ, ਹੁਣ ਜੇ ਜੱਗ ਸਿਰੇ ਚੜ ਗਿਆ ਤਾਂ ਉਹ ਅਜਿੱਤ ਹੋ ਜਾਣਗੇ। ਕੋਈ ਉਪਾਅ ਕਰੋ। ਭਗਵਾਨ ਨੇ ਬੋਧ ਅਵਤਾਰ ਧਾਰ ਕੇ ਸਰੇਵੜੇ ਦਾ ਰੂਪ ਧਾਰਨ ਕੀਤਾ। ਗੰਦੇ ਮੈਲੇ ਕੱਪੜੇ ਪਾ ਕੇ ਮੱਖੀਆਂ ਉਡਾਉਣ ਲਈ ਹੱਥ ਵਿੱਚ ਚੌਰੀ ਫੜ ਲਈ ਅਤੇ ਜਾ ਵੜੇ ਦੈਂਤਾਂ ਦੀ ਯੱਗਸ਼ਾਲਾ ਵਿੱਚ। ਦੈਂਤਾਂ ਨੇ ਦੇਖ ਕੇ ਬੜਾ ਸਨਮਾਨ ਕੀਤਾ ਤੇ ਪੁੱਛਿਆ ਕਿ ਹੱਥ ਵਿੱਚ ਕੀ ਹੈ। ਬੋਧ ਜੀ ਨੇ ਫਰਮਾਇਆ ਕਿ ਜਿਸ ਥਾਂ ਬੈਠਣਾ ਹੋਵੇ ਉਸ ਥਾਂ ਨੂੰ ਚੌਰੀ ਨਾਲ ਝਾੜ ਲੈਣਾ ਚਾਹੀਦਾ ਹੈ, ਤਾਂ ਜੋ ਕੀੜੇ ਮਕੌੜੇ ਹੇਠਾਂ ਆ ਕੇ ਨਾ ਮਰ ਜਾਣ। ਅਤੇ ਦੱਸਿਆ ਕਿ ਕੱਪੜੇ ਵੀ ਕਦੇ ਨਹੀਂ ਧੋਣੇ ਚਾਹੀਦੇ, ਕਿਉਂਕਿ ਕੱਪੜੇ ਧੋਣ ਨਾਲ ਵੀ ਬੇਅੰਤ ਜੀਵ ਮਰਦੇ ਹਨ। ਦੈਂਤਾਂ ਨੂੰ ਇਹ ਭਰਮ ਪਾ ਦਿੱਤਾ ਕਿ ਜੱਗ ਕਰਨ ਨਾਲ ਵੀ ਬੜੀ ਜੀਵ ਹੱਤਿਆ ਹੁੰਦੀ ਹੈ। ਉਹਨਾਂ ਨੇ ਜੱਗ ਬੰਦ ਕਰ ਦਿੱਤਾ ਅਤੇ ਦੇਵਤੇ ਬਲਵਾਨ ਬਣੇ ਰਹੇ। ਸਰੇਵੜਿਆਂ ਦਾ ਗੰਦਾ ਰਹਿਣਾ ਇੱਥੋਂ ਚੱਲਿਆ। ਨੰਬਰ 24 ਕਲਕੀ ਅਵਤਾਰ। ਅਵਤਾਰਾਂ ਦੇ ਜਨਮਦਾਤਾ ਬ੍ਰਾਹਮਣ ਜੀ ਨੂੰ ਪਤਾ ਹੈ ਕਿ ਕਲਯੁਗ ਦੇ ਅੰਤ ਵਿੱਚ ਇੱਕ ਕਲਕੀ ਅਵਤਾਰ ਹੋਣਾ ਹੈ, ਜਿਸ ਨੇ ਅਧਰਮੀਆਂ ਦਾ ਨਾਸ਼ ਕਰਨਾ ਹੈ। ਦਸਮ ਗ੍ਰੰਥ ਸਾਹਿਬ ਵਿਚਲੇ ਅਵਤਾਰ। ਦਸਮ ਗ੍ਰੰਥ ਵਿਚਲੇ ਅਵਤਾਰਾਂ ਦੇ ਨਾਵਾਂ ਵਿੱਚ ਬੜਾ ਅੰਤਰ ਹੈ। ਮੱਛ, ਕੱਛ, ਨਰ ਨਾਰਾਇਣ, ਮੋਹਣੀ, ਬੈਰਾ, ਨਰਸਿੰਘ, ਬਾਵਨ, ਧਨੰਤਰ, ਪਰਸਰਾਮ, ਬ੍ਰਹਮਾ, ਰਾਮ ਅਤੇ ਕ੍ਰਿਸ਼ਨ ਤਾਂ ਭਾਗਵਤ ਪੁਰਾਣ ਵਾਲੇ ਹੀ ਹਨ, ਪਰ ਸੂਰਜ, ਚੰਦ, ਵਿਸ਼ਨ, ਰੁਦਰ, ਜਲੰਧਰ, ਮਨ ਰਾਜਾ ਆਦਿ ਅਵਤਾਰਾਂ ਦੇ ਨਾਮ ਹੋਰ ਹਨ। ਸ਼ਿਵ ਪੁਰਾਣ ਵਿਚਲੇ ਅਵਤਾਰ। ਸ਼ਿਵ ਪੁਰਾਣ ਦੇ 7ਵੇਂ ਖੰਡ ਵਿੱਚ ਬ੍ਰਹਮਾ ਨੇ ਆਪਣੇ ਪੁੱਤਰ ਨਾਰਦ ਨੂੰ ਅਵਤਾਰਾਂ ਦੇ ਨਾਮ ਬਿਲਕੁਲ ਹੋਰ ਦੱਸੇ ਹਨ। ਨੰਬਰ 1 ਸਦਯੋਤਾ, ਨੰਬਰ 2 ਵਾਮਦੇਵ, ਨੰਬਰ 3 ਤਤਪੁਰਸ਼, ਨੰਬਰ 4 ਸਿਆਮ, ਨੰਬਰ 5 ਈਸ਼ਨ। ਇਹ ਪੰਜੇ ਅੱਡਰੇ ਦੱਸ ਕੇ ਫਿਰ 8 ਹੋਰ। ਨੰਬਰ 1 ਭਾਵ, ਨੰਬਰ 2 ਰੁਦਰ, ਨੰਬਰ 3 ਉਗਰ, ਨੰਬਰ 4 ਭੀਮ, ਨੰਬਰ 5 ਪਸ਼ੂਪਤੀ, ਨੰਬਰ 6 ਈਸ਼ਾਨ, ਨੰਬਰ 7 ਸ਼ਲਭ, ਨੰਬਰ 8 ਮਹਾਦੇਵ ਦੱਸ ਕੇ ਲਿਖਿਆ ਹੈ ਕਿ 8 ਹੀ ਪ੍ਰਿਥਵੀ, ਅਗਨੀ, ਆਕਾਸ਼, ਜਗ, ਵਾਯੂ, ਚੰਦਰਮਾ ਤੇ ਸੂਰਜ ਵਿੱਚ ਰਹਿੰਦੇ ਹਨ। ਇਸ ਲਈ ਇਹ 8 ਅਵਤਾਰ ਸਦਾ ਸ਼ਿਵ ਦੇ ਰੂਪ ਹਨ। ਮਹਾਨ ਕੋਸ਼ ਵਿਚਲੇ ਅਵਤਾਰ। ਮਹਾਨ ਕੋਸ਼ ਦੇ 1042 ਸਫ਼ੇ ਤੇ ਇਸ ਪ੍ਰਕਾਰ ਲਿਖਿਆ ਹੈ। ਵਿਸ਼ਨੂੰ ਪੁਰਾਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਇੱਛਾ ਕੀਤੀ ਕਿ ਮੇਰੇ ਪੁੱਤਰ ਹੋਵੇ। ਝੱਟ ਉਸ ਦੇ ਮੱਥੇ ਵਿੱਚੋਂ ਬਾਲਕ ਪੈਦਾ ਹੋਇਆ, ਜੋ ਜੰਮਦਾ ਹੀ ਰੋਣ ਲੱਗ ਪਿਆ। ਬ੍ਰਹਮਾ ਨੇ ਉਸ ਦਾ ਨਾਮ ਰੁਦਰ ਰੁੰਦੂ ਰੱਖਿਆ। ਇਸ ਪੁਰ ਵੀ 7 ਵਾਰ ਹੋ ਕੇ ਰੁਦਰ ਨੇ ਆਖਿਆ, ਮੇਰੇ ਹੋਰ ਨਾਮ ਥਾਪੋ। ਬ੍ਰਹਮਾ ਨੇ ਉਸ ਦੇ ਭਾਵ ਸ਼ਰਵ, ਈਸ਼ਾਨ, ਪੁਸ਼ਪਤ, ਭੀਮ, ਉਗਰ ਅਤੇ ਮਹਾਦੇਵ 7 ਨਾਮ ਰੱਖੇ। ਪੁਰਾਣਾਂ ਵਿੱਚ 11 ਉਦਰ ਇਹ ਲਿਖੇ ਹਨ। ਅੱਜ ਏਕਪਾਦ, ਅਹਵਰਧਨ, ਪਿਨਾਕੀ, ਅਦਰਾਜਿਤ, ਤਰਿਅੰਬਕ, ਮਹੇਸ਼ਵਰ, ਵ੍ਰਿਕਸ਼ਾਕਪੀ, ਸ਼ੰਭੂ, ਹਰਨ ਅਤੇ ਈਸ਼ਰ। ਗਰੁੜ ਪੁਰਾਣ ਵਿਚਲੇ ਅਵਤਾਰ। ਅਜੈਕਪਾਦ, ਅਹਵਰਧਨ, ਤਰਕਸ਼ਟਾ, ਵਿਸ਼ੁਰਪਰਹਰ, ਬਹਿਰੂਪ, ਤਰਿਅੰਬਕ, ਅਪਰਾਜਿਤਾ, ਸ਼ੰਭੂ, ਵਿਕਰਾਕਸ਼ਿਪ, ਸ਼ੰਭੂ, ਕਪਰਦੀ ਅਤੇ ਰੈਵਤ ਹਨ। ਮਹਾਭਾਰਤ ਵਿਚਲੇ 10 ਅਵਤਾਰ। ਮਹਾਭਾਰਤ ਅਨੁਸਾਰ ਵਿਸ਼ਨੂੰ ਦੇ 10 ਅਵਤਾਰ ਇਸ ਪ੍ਰਕਾਰ ਹਨ। ਮੱਛ, ਕੱਛ, ਵਰਾਹ, ਨਿਰਿਗ, ਵਾਮਨ, ਪਰਸਰਾਮ, ਰਾਮਚੰਦਰ, ਕ੍ਰਿਸ਼ਨ, ਬੁੱਧ ਅਤੇ ਕਲਕੀ। ਉੱਪਰ ਲਿਖੇ ਨਾਵਾਂ ਦੇ ਮਿਲ ਗੋਭੇ ਤੋਂ ਇਹ ਕਿਵੇਂ ਸਮਝਿਆ ਜਾਵੇ ਕਿ ਧਰਤੀ ਤੋਂ ਪਾਪ ਨਾਸ਼ ਕਰਨ ਲਈ ਇਹਨਾਂ ਵਿੱਚੋਂ ਕਿਹੜਾ ਅਵਤਾਰ ਆਉਂਦਾ ਹੈ? ਕਿ ਇਹ ਅਜੀਬ ਕਿਸਮ ਦਾ ਮਤ ਭੇਦ ਹੀ ਇਹਨਾਂ ਦੀ ਸਚਾਈ ਨੂੰ ਰੱਦ ਕਰ ਦੇਣ ਲਈ ਕਾਫੀ ਨਹੀਂ? ਗੁਰੂ ਨਾਨਕ ਦੇਵ ਜੀ ਦਾ ਇੱਕ ਹੀ ਅਟਲ ਸਚਾਈ ਹੈ। ਜਿਨ੍ਹਾਂ ਅਵਤਾਰਾਂ ਬਾਰੇ ਗੀਤਾ ਦਾ ਇਹ ਫਰਮਾਨ ਹੈ ਕਿ ਉਹ ਧਰਤੀ ਤੋਂ ਅਧਰਮੀਆਂ ਦਾ ਨਾਸ਼ ਕਰਕੇ ਧਰਮ ਦੀ ਸਥਾਪਨਾ ਕਰਨ ਆਉਂਦੇ ਹਨ। ਉਹਨਾਂ ਸਾਰੇ ਹੀ ਉੱਪਰ ਲਿਖੇ ਅਵਤਾਰਾਂ ਦੇ ਜਨਮ ਵਿਧੀ ਤੋਂ ਲੈ ਕੇ ਜੋ ਗਾਥਾ ਹਿੰਦੂ ਗ੍ਰੰਥਾਂ ਵਿੱਚ ਲਿਖੀ ਹੈ, ਉਹਨਾਂ ਨੂੰ ਪੜ੍ਹ ਕੇ ਕਿਸੇ ਹੋਰ ਧਰਮ ਦੇ ਵਿਦਵਾਨ ਦੀ ਗੱਲ ਤਾਂ ਦੂਰ ਰਹੀ, ਕੋਈ ਹਿੰਦੂ ਅਥਵਾ ਕੋਈ ਵਿਦਵਾਨ ਬ੍ਰਾਹਮਣ ਵੀ ਇਹਨਾਂ ਹੇਠ ਲਿਖੇ ਸ਼ੰਕਿਆਂ ਨੂੰ ਮਿਟਾਉਣ ਵਾਸਤੇ ਤਸੱਲੀ ਬਖਸ਼ ਜਵਾਬ ਅਜੇ ਤੱਕ ਨਹੀਂ ਦੇ ਸਕਿਆ। ਨੰਬਰ 1 ਸਾਰੀ ਧਰਤੀ ਦੇ ਜੀਵਾਂ ਦੇ ਦੁੱਖ ਦੂਰ ਕਰਨ ਦੀ ਗੱਲ ਤਾਂ
ਕਿਤੇ ਰਹੀ। ਕਿਸੇ ਇੱਕ ਮੁਲਕ ਦੇ ਜੀਵਾਂ ਦੇ ਦੁੱਖ ਦੂਰ ਕਰਨ ਵਾਸਤੇ ਵੀ ਕਿਸੇ ਅਵਤਾਰ ਨੇ ਜਾਂ ਕਿਸੇ ਦੇਵਤੇ ਨੇ ਕਿਹੜਾ ਸੁਧਾਰ ਕੀਤਾ ਸੀ। ਬੇਅੰਤ ਦੇਵੀ ਦੇਵਤਿਆਂ ਤੇ ਅਵਤਾਰਾਂ ਦੇ ਰੂਪ ਵਿੱਚ ਧਰਤੀ ਤੇ ਵਿਚਰਦੇ ਕਿਸੇ ਭਗਵਾਨ ਨੇ ਤਾਂ ਕੀ ਕਦੇ ਕੋਈ ਅਜਿਹਾ ਲਿਖਤੀ ਗਿਆਨ ਦੁਨੀਆ ਨੂੰ ਦਿੱਤਾ ਜਿਸ ਤੋਂ ਮਨੁੱਖ ਸਦੀਵੀ ਸੇਧ ਲੈ ਸਕੇ। ਨੰਬਰ 2, ਸਿਰਫ 2 ਅਵਤਾਰਾਂ ਰਾਮ ਜੀ ਅਤੇ ਕ੍ਰਿਸ਼ਨ ਜੀ ਨੂੰ ਛੱਡ ਕੇ ਉੱਪਰ ਲਿਖੇ ਬਾਕੀ 60-70 ਅਵਤਾਰਾਂ ਦੇ ਜਨਮ ਅਸਥਾਨ ਕਿੱਥੇ ਹਨ ਅਥਵਾ ਇਹ ਕਿਸ ਇਲਾਕੇ ਵਿੱਚ ਵਿਚਰਦੇ ਰਹੇ। ਨੰਬਰ 3, 52 ਅਵਤਾਰ ਨੇ ਧਰਤੀ ਦੇ ਕਿਹੜੇ ਹਿੱਸੇ ਤੋਂ ਅਧਰਮ ਦਾ ਅਥਵਾ ਅਧਰਮੀਆਂ ਦਾ ਨਾਸ ਕੀਤਾ। ਠੱਗੀ ਕਰਨੀ ਜਾਂ ਛਲ ਕਰਨਾ ਕੀ ਚੰਗਾ ਕਰਮ ਹੈ? ਭਗਵਾਨ ਨੂੰ ਠੱਗ ਦੇ ਅਥਵਾ ਮੰਗਤੇ ਦੇ ਰੂਪ ਵਿੱਚ ਪੇਸ਼ ਕਰਨ ਨਾਲ ਕੀ ਆਮ ਮਨੁੱਖ ਦੇ ਮਨ ਨੂੰ ਵੀ ਠੱਗੀ ਮਾਰਨ ਦੀ ਅਤੇ ਮੰਗ ਖਾਣ ਦੀ ਪ੍ਰੇਰਨਾ ਨਹੀਂ ਮਿਲਦੀ। ਨੰਬਰ 4, 52 ਅਵਤਾਰ ਨੇ ਰਾਜੇ ਬਲ ਨੂੰ ਧੋਖਾ ਦੇਣ ਲਈ, ਵਿਸ਼ਨੂੰ ਨੇ ਜਾਲੰਧਰ ਨੂੰ ਧੋਖਾ ਦੇਣ ਲਈ, ਭੀਮ ਅਤੇ ਅਰਜੁਨ ਨੂੰ ਨਾਲ ਲੈ ਕੇ ਕ੍ਰਿਸ਼ਨ ਜੀ ਨੇ ਜਰਾਸਿੰਧ ਨੂੰ ਧੋਖਾ ਦੇਣ ਲਈ, ਕਰਨ ਨੂੰ ਠੱਗਣ ਵਾਸਤੇ ਇੰਦਰ ਆਦਿ ਸਭ ਨੇ ਬ੍ਰਾਹਮਣ ਦਾ ਹੀ ਭੇਖ ਧਾਰਿਆ। ਇਹਨਾਂ ਸਾਰੇ ਭਗਵਾਨਾਂ ਨੂੰ ਠੱਗੀਆਂ ਮਾਰਨ ਲਈ ਬ੍ਰਾਹਮਣ ਦਾ ਭੇਖ ਕਿਸ ਕਾਰਨ ਧਾਰਨਾ ਪੈਂਦਾ ਸੀ? ਬ੍ਰਾਹਮਣੀ ਭੇਖ ਨੂੰ ਬਦਨਾਮ ਕਰਨ ਲਈ ਜਾਂ ਇਹ ਭੇਖ ਬਣਿਆ ਹੀ ਠੱਗੀਆਂ ਮਾਰਨ ਵਾਸਤੇ ਹੈ? ਨੰਬਰ 5, ਸਮੁੰਦਰ ਰਿੜਕਣ ਵਾਲਾ ਸਾਕਾ ਕਿਸ ਧਰਤੀ ਤੇ ਵਾਪਰਿਆ ਸੀ? ਕਿਉਂਕਿ ਮਧਾਣੀ ਹੇਠਾਂ ਪਿੱਠ ਦੇਣ ਸਮੇਂ ਕਸ਼ ਅਵਤਾਰ ਦੀ ਪਿੱਠ 1 ਲੱਖ ਯੋਜਨ ਅਰਥਾਤ 4 ਲੱਖ ਮੀਲ ਦੀ ਲਿਖੀ ਹੈ। ਧਰਤੀ ਦੀ ਗੁਲਾਈ ਸਾਰੀ 25,000 ਮੀਲ ਹੈ। ਗੋਲ ਧਰਤੀ ਦੇ ਪਾਣੀ ਵਿੱਚ ਏਡੇ ਆਕਾਰ ਦੀ ਚੱਪਣੀ ਪਿੱਠ ਕਿਵੇਂ ਡੁੱਬ ਸਕਦੀ ਹੈ? ਨੰਬਰ 6, ਰਤਨਾਂ ਦੇ ਲਾਲਚ ਨੇ ਭਗਵਾਨ ਨੂੰ ਇੰਨਾ ਵਿਆਕੁਲ ਕਰ ਦਿੱਤਾ ਕਿ ਉਹ ਕੱਛੂ ਬਣ ਕੇ ਗਾਰੇ ਵਿੱਚ ਮੂੰਹ ਧਸਾ ਕੇ ਆਪਣੀ ਪਿੱਠ ਤੇ ਪਹਾੜ ਦੀ ਮਧਾਣੀ ਦੇ ਰਗੜੇ ਖਾਂਦਾ ਰਿਹਾ। ਉਸ ਹਾਲਤ ਦੀ ਕਲਪਨਾ ਕਰਨ ਨਾਲ ਜੋ ਦ੍ਰਿਸ਼ ਅੱਖੀਆਂ ਅੱਗੇ ਆਉਂਦਾ ਹੈ, ਉਸ ਅਨੁਸਾਰ ਭਗਵਾਨ ਦੀ ਇਸ ਮੰਦੀ ਹਾਲਤ ਉੱਤੇ ਤਰਸ ਆਉਂਦਾ ਹੈ ਕਿ ਜਾਂ ਹਾਸਾ। ਫਿਰ ਮਾਇਆ ਮੋਹ ਵਿੱਚ ਫਸ ਕੇ ਅਜਿਹੇ ਹੋਸ਼ੇ ਕੰਮ ਕਰਨ ਵਾਲੇ ਭਗਵਾਨ ਪ੍ਰਤੀ ਕਿਹੋ ਜਿਹੀ ਸ਼ਰਧਾ ਬਣਦੀ ਹੈ? ਨੰਬਰ 7, ਧਰਤੀ ਨੂੰ ਲੈ ਕੇ ਦੌੜ ਜਾਣ ਵਾਲਾ ਦੈਂਤ ਅਤੇ ਉਸ ਨੂੰ ਮੋੜ ਕੇ ਲਿਆਉਣ ਵਾਲਾ ਬੈਰਾਹ ਅਵਤਾਰ ਆਪ ਕਿਹੜੀ ਧਰਤੀ ਤੇ ਪੈਰ ਰੱਖਦਾ ਸੀ? ਕਿਉਂਕਿ ਧਰਤੀ ਤਾਂ ਦੈਂਤ ਨੇ ਸਿਰ ਤੇ ਚੁੱਕ ਲਈ ਸੀ ਤੇ ਬੈਰਾਹ ਰੂਪ ਅਵਤਾਰ ਨੇ ਆਪਣੇ ਮੂੰਹ ਵਿੱਚ ਫੜੀ ਹੋਈ ਸੀ। ਫਿਰ ਜਿਸ ਵਿੱਚੋਂ ਭਗਵਾਨ ਨੇ ਧਰਤੀ ਕੱਢੀ ਸੀ ਉਹ ਸਮੁੰਦਰ ਕਿਹੜੀ ਧਰਤੀ ਤੇ ਸੀ? ਨੰਬਰ 8, ਜਿਸ ਬ੍ਰਾਹਮਣ ਕੋਲੋਂ ਰਾਮਚੰਦਰ ਅਤੇ ਕ੍ਰਿਸ਼ਨ ਜਿਹੇ ਭਗਵਾਨ ਵਿਦਿਆ ਲੈਂਦੇ ਰਹੇ ਅਤੇ ਮਨੁ ਸਿਮਰਤੀ ਅਨੁਸਾਰ ਬ੍ਰਾਹਮਣ ਹੀ ਹਰ ਪ੍ਰਕਾਰ ਦੇ ਜੱਗ ਕਰ ਸਕਦਾ ਸੀ, ਫਿਰ ਬ੍ਰਾਹਮਣ ਦੇ ਹੁੰਦਿਆਂ ਰਾਜਿਆਂ ਨੂੰ ਜੱਗ ਕਰਨ ਦਾ ਰਾਹ ਦੱਸਣ ਲਈ ਈਸ਼ਵਰ ਨੂੰ ਚਤੁਰਭੁਜ ਅਵਤਾਰ ਕਿਸ ਕਾਰਨ ਲੈਣਾ ਪਿਆ? ਚਤੁਰਭੁਜ ਜੀ ਨੇ ਕਿਸ ਪ੍ਰਕਾਰ ਦੇ ਪਾਪਾਂ ਦਾ ਨਾਸ਼ ਕਰਕੇ ਕਿਹੜੇ ਧਰਮ ਦੀ ਸਥਾਪਨਾ ਕੀਤੀ ਸੀ? ਨੰਬਰ 9, ਜੇ ਜੱਗ ਕਰਨਾ ਬੜਾ ਧਰਮ ਦਾ ਕੰਮ ਸਮਝਿਆ ਗਿਆ ਸੀ ਤਾਂ ਫਿਰ ਈਸ਼ਵਰ ਨੇ ਆਪੇ ਹੀ ਜੱਗ ਭੰਗ ਕਰਨ ਵਾਸਤੇ ਬੋਧ ਅਵਤਾਰ ਕਿਉਂ ਲਿਆ? ਗੰਦੇ ਅਤੇ ਬਦਬੂਦਾਰ ਕੱਪੜੇ ਪਾ ਕੇ ਜਾਣਾ ਅਤੇ ਦੈਂਤਾਂ ਨੂੰ ਪੁੱਠੇ ਰਾਹ ਪਾਉਣ ਲਈ ਉਹਨਾਂ ਨੂੰ ਕਹਿਣਾ ਕਿ ਕੱਪੜੇ ਕਦੇ ਨਹੀਂ ਧੋਣੇ ਚਾਹੀਦੇ ਆਦਿ। ਕਿ ਅਜਿਹਾ ਬੇਅਸੂਲਾ ਕਰਮ ਕਰਨਾ ਰੱਬ ਦੀ ਸ਼ਾਨ ਦੇ ਵਿਰੁੱਧ ਨਹੀਂ ਸੀ? ਅਜਿਹਾ ਕਰਕੇ ਭਾਰ ਹੌਲਾ ਕੀਤਾ ਕਿ ਜਾਂ ਲੋਕਾਂ ਨੂੰ ਪੁੱਠੇ ਰਾਹ ਪਾਉਣ ਵਾਲਾ ਕੁਕਰਮ ਕਰਕੇ ਧਰਤੀ ਦਾ ਭਾਰ ਸਗੋਂ ਵਧਾਇਆ। ਨੰਬਰ 10, ਪ੍ਰਭੂ ਨੂੰ ਰਿਖਬ ਅਵਤਾਰ ਲੈਣ ਦੀ ਖਾਸ ਲੋੜ ਕਿਸ ਕਾਰਨ ਹੋਈ? ਕਿ ਉਦੋਂ ਵੀ ਧਰਤੀ ਨੇ ਹੀ ਪੁਕਾਰ ਕੀਤੀ ਸੀ। ਧਰਮ ਨੂੰ ਕਿਸ ਪ੍ਰਕਾਰ ਦੀ ਗਲਾਨੀ ਸੀ? ਰੱਬ ਨੇ ਆਪ ਆ ਕੇ ਜਦ ਸਰੇਵੜਿਆਂ ਦਾ ਧਰਮ ਚਲਾਇਆ ਹੈ ਤਾਂ ਫਿਰ ਸਾਰੇ ਬ੍ਰਾਹਮਣ ਅਤੇ ਹਿੰਦੂ ਸਰੇਵੜੇ ਕਿਉਂ ਨਹੀਂ ਬਣਦੇ? ਕਿ ਰੱਬ ਦਾ ਚਲਾਇਆ ਧਰਮ ਉਹਨਾਂ ਨੂੰ ਪਸੰਦ ਨਹੀਂ? ਨੰਬਰ 11, ਕੀ ਕਾਰਨ ਸੀ ਜੋ 33 ਕਰੋੜ ਦੇਵੀ ਦੇਵਤਿਆਂ ਅਥਵਾ ਅਵਤਾਰਾਂ ਵਿੱਚੋਂ ਕੋਈ ਵੀ ਧਰਤੀ ਦੇ ਉਸ ਇੱਕ ਖਾਸ ਹਿੱਸੇ ਤੋਂ ਬਾਹਰ ਨਾ ਪੈਦਾ ਹੋਇਆ ਅਤੇ ਨਾ ਹੀ ਕੋਈ ਹੋਰ ਕਿਸੇ ਦੇਸ਼ ਵਿੱਚ ਵਿਚਰਿਆ? ਕਿ ਧਰਤੀ ਦੇ ਕਿਸੇ ਹੋਰ ਥਾਂ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਸੀ? ਨੰਬਰ 12, ਦੇਵਤਿਆਂ ਤੇ ਭਗਤਾਂ ਆਦਿ ਨੂੰ ਤੰਗ ਕਰਨ ਵਾਲੇ ਅਜਿਹੇ ਜ਼ਾਲਮ ਅਤੇ ਉਪਦਰੀ ਦੈਂਤ ਜੋ ਕਦੇ ਬ੍ਰਹਮਾ ਦੇ ਵੇਦ ਚੁਰਾ ਕੇ ਲੈ ਜਾਂਦੇ ਹਨ ਤੇ ਕਦੇ ਧਰਤੀ ਹੀ ਚੁੱਕ ਦੌੜਦੇ ਹਨ,
ਕੀ ਇਹ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਧੱਕੇ ਨਾਲ ਹੀ ਪੈਦਾ ਹੋ ਜਾਂਦੇ ਸਨ? ਕਿ ਦੈਂਤਾਂ ਵਾਂਗ ਹੀ ਕੋਈ ਹੋਰ ਬਲੀ ਯੋਧਾ ਭੇਜ ਕੇ ਜਾਂ ਪ੍ਰਲੈ ਕਰ ਸਕਣ ਵਾਲੀ ਸ਼ਕਤੀ ਨਾਲ ਅਥਵਾ ਸਿਰਫ ਆਪਣੀ ਇੱਛਾ ਸ਼ਕਤੀ ਨਾਲ ਅਥਵਾ ਕੋਈ ਜਾਨਲੇਵਾ ਰੋਗ ਲਾ ਕੇ ਪਰਮਾਤਮਾ ਉਹਨਾਂ ਦੀ ਮੌਤ ਨਹੀਂ ਸੀ ਕਰ ਸਕਦਾ? ਜਿਸ ਨੂੰ ਨਰਸਿੰਘ, ਸ਼ੁਰਭ, ਮੱਛ, ਕਛ ਆਦਿ ਪਸ਼ੂਆਂ ਵਾਲੀਆਂ ਸ਼ਕਲਾਂ ਧਾਰ ਕੇ ਕੰਮ ਕਰਨਾ ਪੈਂਦਾ ਸੀ, ਕਿ ਅਜਿਹਾ ਲਿਖ ਕੇ ਬ੍ਰਾਹਮਣ ਨੇ ਸਰਬ ਸ਼ਕਤੀਮਾਨ ਸਿਰਜਣਹਾਰ ਨਾਲ ਘਟੀਆ ਕਿਸਮ ਦੀ ਟਿੱਚਰ ਨਹੀਂ ਕੀਤੀ ਹੋਈ। ਨੰਬਰ 13, ਸ੍ਰੀ ਰਾਮ ਚੰਦਰ ਜੀ ਨੇ ਵਿਸ਼ਵਾਮਿੱਤਰ ਰਿਸ਼ੀ ਨਾਲ ਜਾ ਕੇ ਕਈ ਵੱਡੇ ਵੱਡੇ ਰਾਖਸ਼ ਮਾਰੇ। ਫਿਰ ਪੰਚਵਟੀ ਪੁੱਜਣ ਤੋਂ ਪਹਿਲਾਂ ਅਤੇ ਉੱਥੇ ਪੁੱਜ ਕੇ ਵੀ ਬੜੇ ਸ਼ਕਤੀਸ਼ਾਲੀ ਅਤੇ ਕਥਿਤ ਤੌਰ ਤੇ ਅਜਿੱਤ ਦੈਂਤ ਭਸਮ ਕਰ ਦਿੱਤੇ ਸਨ। ਫਿਰ ਰਾਵਣ ਨੂੰ ਮਾਰਨ ਵਾਸਤੇ ਆਪਣੀ ਨੇਕ ਅਤੇ ਦੁੱਖਾਂ ਸੁੱਖਾਂ ਦੀ ਭਾਈਵਾਲ ਨਿਰਦੋਸ਼ ਪਤਨੀ ਸੀਤਾ ਮਾਤਾ ਨੂੰ ਰੋਂਦੀ ਕੁਰਲਾਉਂਦੀ ਨੂੰ ਰਾਵਣ ਕੋਲੋਂ ਚੁਕਵਾ ਕੇ ਉਸ ਦੇਵੀ ਨੂੰ ਦੁੱਖਾਂ ਵਿੱਚ ਪਾਉਣ ਦਾ ਕਰੜਾ ਦੰਡ ਦੇਣਾ ਰਾਮ ਰੂਪ ਪਰਮਾਤਮਾ ਲਈ ਕਿਸ ਕਾਰਨ ਜ਼ਰੂਰੀ ਬਣ ਗਿਆ ਸੀ? ਅਜਿਹਾ ਘੋਰ ਅਨਰਥ ਕਰਵਾਉਣ ਵਾਲਾ ਪ੍ਰਭੂ ਰਾਮ ਸੀ ਕਿ ਰਾਜਾ ਰਾਮ ਸੀ? ਨੰਬਰ 14, ਮੁਸਲਮਾਨੀ ਦਮਨ ਚੱਕਰ ਸਮੇਂ ਕੋਈ ਦੇਵੀ ਦੇਵਤਾ ਜਾਂ ਅਵਤਾਰ ਕਿਉਂ ਪ੍ਰਗਟ ਨਾ ਹੋਇਆ? ਨੰਬਰ 15, ਪਰਸਰਾਮ ਦੇ ਬਾਰੇ ਬ੍ਰਾਹਮਣ ਨੇ ਆਪ ਹੀ ਲਿਖਿਆ ਹੈ ਕਿ ਉਸ ਨੇ ਜਮਦਗਨ ਦੇ ਕਾਤਲ ਸਹਾਂਸਰ ਬਾਹੂ ਨੂੰ ਮਾਰ ਕੇ ਆਪਣੇ ਪਿਤਾ ਦੇ ਕਤਲ ਦਾ ਬਦਲਾ ਉਸੇ ਦਿਨ ਹੀ ਲੈ ਲਿਆ ਸੀ। ਫਿਰ ਉਸ ਨੇ ਨਰੋਲ ਆਪਣੀ ਨਿੱਜੀ ਵੈਰ ਦੀ ਅੱਗ ਨੂੰ ਠੰਡਾ ਕਰਨ ਵਾਸਤੇ ਖੱਤਰੀਆਂ ਦੇ ਬੇਗੁਨਾਹ ਬੱਚੇ ਬੱਚੀਆਂ, ਬਿਰਧ ਮਰਦ ਇਸਤਰੀਆਂ ਦੇ ਸਮੇਤ ਉਹਨਾਂ ਦੀਆਂ 21 ਕੁਲਾਂ ਬੇਰਹਿਮੀ ਨਾਲ ਕਤਲ ਕੀਤੀਆਂ ਅਤੇ ਫਿਰ ਕਸਾਈਆਂ ਵਾਂਗ ਉਹਨਾਂ ਦੇ ਲਹੂ ਵਿੱਚ ਖਲੋ ਕੇ ਪਿਤਰਾਂ ਨੂੰ ਤਰਪਣ ਕਰਦਾ ਰਿਹਾ। ਏਡਾ ਘੋਰ ਅਨਰਥ ਅਤੇ ਪਾਪ ਕਰਨ ਵਾਲਾ ਜੇ ਈਸ਼ਵਰੀ ਅਵਤਾਰ ਆਖਿਆ ਜਾਂਦਾ ਹੈ ਤਾਂ ਰਾਖਸ਼ ਕਿਸ ਨੂੰ ਕਿਹਾ ਜਾਵੇਗਾ? ਨਿਰਦਈ ਜ਼ਾਲਮਾਂ ਵਾਲੇ ਘੋਰ ਪਾਪ ਜਿਨ੍ਹਾਂ ਭਗਵਾਨ ਪਰਸ਼ੁਰਾਮ ਦੇ ਨਾਮ ਨਾਲ ਮੜੇ ਹੋਏ ਹਨ, ਮਨੁੱਖਾਂ ਦੀ ਕਿਸੇ ਨਸਲ ਨੂੰ 21 ਵਾਰੀ ਮਾਰ ਮੁਕਾਉਣ ਵਰਗੇ ਘੋਰ ਕੁਕਰਮ ਰਾਵਣ ਵਿਰੁੱਧ ਮਨੁੱਖੀ ਕਤਲਾਂ ਦਾ ਦੋਸ਼ ਲਿਖਿਆ ਹੈ, ਕਿਸੇ ਇੱਕ ਵੀ ਬ੍ਰਾਹਮਣੀ ਗ੍ਰੰਥ ਵਿੱਚ ਨਹੀਂ ਮਿਲਦਾ। ਫਿਰ ਕੀ ਕਾਰਨ ਸੀ ਜੋ ਏਡੇ ਜ਼ੁਲਮ ਕਰਨ ਵਾਲੇ ਪਰਸ਼ੁਰਾਮ ਵਿਰੁੱਧ ਰੋਣਾ ਰੋਣ ਲਈ ਧਰਤੀ ਮਾਂ ਨਾ ਗਊ ਬਣੀ ਤੇ ਨਾ ਭਗਵਾਨ ਅੱਗੇ ਫਰਿਆਦੀ ਹੋਈ? ਜੇ ਪਰਸ਼ੁਰਾਮ ਬ੍ਰਾਹਮਣ ਸੀ ਤਾਂ ਇਸ ਤੋਂ ਕਿਤੇ ਘੱਟ ਪਾਪੀ ਰਾਵਣ ਵੀ ਤਾਂ ਬ੍ਰਾਹਮਣ ਹੀ ਸੀ। ਉਸ ਵਿਰੁੱਧ ਸ਼ਿਕਾਇਤ ਕਰਨ ਦੀ ਧਰਤੀ ਨੂੰ ਕੀ ਮਜਬੂਰੀ ਆ ਪਈ ਸੀ? ਨੰਬਰ 16, ਪਿਛਲੇ ਯੁੱਗਾਂ ਵਿੱਚ ਬਹੁਤੇ ਅਵਤਾਰਾਂ ਦੇ ਆਉਣ ਵਾਲੀਆਂ ਪੁਰਾਣਕ ਕਥਾ ਕਹਾਣੀਆਂ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਕਲਯੁੱਗ ਨਾਲੋਂ ਉਹਨਾਂ ਦਿਨਾਂ ਵਿੱਚ ਬਹੁਤੇ ਭਿਆਨਕ ਪਾਪ ਹੋਇਆ ਕਰਦੇ ਸਨ, ਜੋ ਪਾਪੀਆਂ ਦਾ ਨਾਸ਼ ਕਰਨ ਲਈ ਰੱਬ ਜੀ ਨੂੰ ਕਈ ਵਾਰ ਆਉਣਾ ਪਿਆ ਸੀ। ਗੁਰਦੇਵ ਜੀ ਨੇ ਵੇਦ ਬਾਣੀ ਨੂੰ ਮਾਇਆ ਮੋਹ ਦਾ ਪਸਾਰਾ ਦੱਸ ਕੇ ਵਿਸ਼ਨੂੰ ਦੇ ਅਵਤਾਰਾਂ ਨੂੰ ਇੱਕ ਖੇਡ ਅਤੇ ਸ਼ੁਗਲ ਵਾਲਾ ਰੁਝੇਵਾਂ ਕਿਹਾ ਹੈ। ਇਹਨਾਂ ਅਵਤਾਰਾਂ ਤੋਂ ਸੰਸਾਰੀ ਜੀਵਾਂ ਨੂੰ ਕਦੇ ਕੋਈ ਲਾਭ ਹੋਇਆ ਹੋਵੇਗਾ? ਅਜਿਹੀ ਸੰਭਾਵਨਾ ਨੂੰ ਸਤਿਗੁਰਾਂ ਨੇ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਬ੍ਰਹਮੇ ਵੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ, ਮਹਾਦੇਵ ਗਿਆਨੀ ਵਰਤੇ ਘਰ ਆਪਣੇ ਤਾਮਸ ਬਹੁਤ ਅਹੰਕਾਰਾ, ਕਿਸ਼ਨ ਸਦਾ ਅਵਤਾਰੀ ਰੂਦਾ ਕਿਤ ਲਗ ਤਰੇ ਸੰਸਾਰਾ, ਗੁਰਮੁਖ ਗਿਆਨ ਰਤੇ ਜੁਗ ਅੰਤਰ ਚੂਕੇ ਮੋਹ ਗੋਬਾਰਾ। ਪੰਨਾ 559। ਇਸ ਗੁਰੂ ਫਰਮਾਨ ਦੇ ਅਰਥ ਤੀਜੇ ਕਾਂਡ ਦੇ 20ਵੇਂ ਅਧਿਆਏ ਦੇਵੀ ਦੇਵਤੇ ਅਤੇ ਗੁਰਬਾਣੀ ਲੇਖ ਵਿੱਚ ਤੁਸੀਂ ਸੁਣ ਚੁੱਕੇ ਹੋ। ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨ ਹੋਵੀ ਲੇਖ, ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ, ਦਿਨ ਰਵ ਚੱਲੇ ਨਿਸ ਸਸ ਚੱਲੇ ਤਾਰਕਾ ਲੱਖ ਪੁਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਪੰਨਾ 64। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 23ਵਾਂ, ਚੌਥੇ ਕਾਂਡ ਦਾ ਦੂਜਾ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।